करना, उन्हें शेयर कर दो। जे कोई ऊपर ਨੂੰ ਜਾ ਰਿਹਾ ਤੇ ਤੁਸੀਂ ਕਹੋ ਹਾਂ ਸਰ ਬਹੁਤ ਉੱਪਰ ਚਲਾ ਗਿਆ ਜੀ, ਹੁਣ ਤਾਂ ਗਿਰ ਜੂਗਾ, ਮੈਂ ਤੈਨੂੰ ਸ਼ਾਰਟ ਕਰ, ਉੱਪਰ ਜਾ ਰਿਹਾ ਨਾ ਉਹਨੂੰ ਬਾਏ ਕਰੋ। ਕਲੀਅਰ। ਬਹੁਤੇ ਲੋਕੀ ਇਸੇ ਕਰਕੇ ਨਾ ਜਦੋਂ ਕੋਈ ਨਹੀਂ ਸਿੱਖਦਾ ਉਹ ਪਤਾ ਕੀ ਕਰਦੇ ਆ, ਉਹ ਟ੍ਰੈਂਡ ਨਹੀਂ ਦੇਖਦੇ, ਉਹਨਾਂ ਨੂੰ ਇਦਾਂ ਲੱਗਦਾ ਵੀ ਹੁਣ ਤਾਂ ਬਹੁਤ ਚੜ ਗਿਆ, ਹੁਣ ਤਾਂ ਗਿਰੂਗਾ, ਉੱਥੇ ਜਾ ਕੇ ਪਰਚੇਜ਼ ਕਰ ਲੈਂਦੇ ਆ। ਚਲੋ ਜੇ ਉਹਨਾਂ ਨੇ ਸੇਲ ਕਰਦਾ ਵੀ ਹੁਣ ਤਾਂ ਗਿਰੂਗਾ, ਉਹਨਾਂ ਨੇ ਪ੍ਰੈਡਿਕਟ ਕਰ ਲਿਆ ਕਿ ਗਿਰੂਗਾ, ਪਤਾ ਨਹੀਂ ਗਿਰਨਾ, ਉਹਨਾਂ ਨੇ ਚਾਰਟ ਨਹੀਂ ਦੇਖਿਆ, ਕੁਝ ਨਹੀਂ ਦੇਖਿਆ, ਠੀਕ ਹੈ, ਉਹਨਾਂ ਨੂੰ ਲੱਗਾ ਵੀ ਲੈ ਇੰਨਾ ਇੰਨਾ ਉੱਪਰ ਚੜ ਕੇ ਇਹਦੇ ਉੱਪਰ ਥੋੜੀ ਜਾਊਗਾ, ਉਹ ਵੀ ਉੱਪਰ ਚਲਾ ਗਿਆ, ਫਿਰ ਨੁਕਸਾਨ ਹੋ ਗਿਆ। ਕੋਈ ਚੀਜ਼ ਗਿਰ ਰਹੀ ਸੀ, ਉਹਨਾਂ ਨੂੰ ਲੱਗਾ ਲੈ ਇਹ ਤਾਂ ਗਿਰ ਗਈ, ਹੁਣ ਨਹੀਂ ਬਚਦੀ, ਉਹ ਉੱਥੋਂ ਜਾ ਕੇ ਉਹਨੇ ਸਪੋਰਟ ਲਈ ਦੁਬਾਰਾ ਸ਼ੇਅਰ ਫਿਰ ਉੱਪਰ ਚਲਾ ਗਿਆ, ਫਿਰ ਨੁਕਸਾਨ ਕਰਵਾ ਲਿਆ। ਸੋ ਆਪਾਂ ਟ੍ਰੈਂਡ ਦੇ ਅਕੋਰਡਿੰਗ ਚੱਲਣਾ, ਆਪਾਂ ਆਪਣੀਆਂ ਪ੍ਰੈਡਿਕਸ਼ਨਸ ਲੈ ਕੇ ਨਹੀਂ ਚੱਲਣਾ ਕਿ ਇੰਨਾ ਉੱਪਰ ਚੜ ਗਿਆ ਜਾਂ ਇੰਨਾ ਨੀਚੇ ਹੋ ਗਿਆ। ਤੁਸੀਂ ਦੇਖਿਆ ਹੋਊਗਾ ਕਈ ਸ਼ੇਅਰ ਇੱਕ ਸਾਲ ਦੇ ਵਿੱਚ ਆਪਾਂ ਨੂੰ 400 500% ਰਿਟਰਨ ਦੇ ਜਾਂਦੇ ਆ, ਠੀਕ ਹੈ। ਹੁਣ ਕੋਈ ਸ਼ੇਅਰ ਦਾ ਮੰਨ ਲਓ 10 ਰੁਪਏ ਦਾ, 10 ਰੁਪਏ ਵਾਲਾ ਸ਼ੇਅਰ 20 ਰੁਪਏ ਹੋ ਗਿਆ, ਤਾਂ ਮੈਨੂੰ ਲੱਗੂਗਾ ਇਹ ਤਾਂ ਡਬਲ ਹੋ ਗਿਆ, ਹੁਣ ਤਾਂ ਗਿਰੂਗਾ। ਪਰ ਜਿਹੜਾ ਸ਼ੇਅਰ ਸਾਲ ਦੇ ਵਿੱਚ 500 ਰਿਟਰਨ ਦੇ ਰਿਹਾ, ਤਾਂ 10 ਰੁਪਏ ਤੋਂ 50 ਰੁਪਏ ਦਾ ਹੋਊਗਾ, ਤਾਂ ਹੀ 500% ਰਿਟਰਨ ਬਣੀ ਨਾ ਉਹਦੀ। ਸੋ ਆਪਾਂ ਕਦੇ ਵੀ ਇਹ ਨਹੀਂ ਜੱਜ ਕਰਨਾ ਕਿ ਹੁਣ 10% ਵੱਧ ਗਿਆ ਜੀ ਹੁਣ ਤਾਂ ਗਿਰੂਗਾ, ਇਹ ਡਬਲ ਹੋ ਗਿਆ ਜੀ ਹੁਣ ਤਾਂ ਗਿਰੂਗਾ। ਤੇ ਜੇ ਕੋਈ ਚੀਜ਼ ਗਿਰ ਰਹੀ ਹੈ ਤਾਂ ਆਪਾਂ ਤਾਂ ਵੀ ਪ੍ਰੈਡਿਕਟ ਨਹੀਂ ਕਰਨਾ ਕਿ ਇੰਨੀ ਗਿਰ ਗਈ ਹੁਣ ਤਾਂ ਉੱਪਰ ਜਾਊਗੀ, ਮੇਬੀ ਉਹ ਜ਼ੀਰੋ ਹੋ ਜਾਏ। ਕਲੀਅਰ ਹੈ ਨਹੀਂ ਗੱਲ? ਹਾਂਜੀ। ਓਕੇ, ਨੈਕਸਟ ਆਪਾਂ ਦੇਖਦੇ ਤੇ ਹਾਂ। ਭਾਜੀ ਇੱਕ ਡਾਊਟ ਹੋਰ ਸੀਗਾ, ਇਹ ਜਿਹੜਾ ਆਪਾਂ ਕਰ ਰਹੇ ਹਾਂ ਸਾਰਾ ਕੁਝ, ਇਹ ਡੇ ਮਤਲਬ ਇੰਟਰਾਡੇ ਚ ਦੇਖੀਦਾ ਕਿ ਲੌਂਗ ਟਰਮ ਦੇ ਵਿੱਚ? ਇਹ ਸਰ ਆਪਾਂ ਹਜੇ ਲੌਂਗ ਟਰਮ ਕਰ ਰਹੇ ਹਾਂ, ਤੁਹਾਨੂੰ ਠੀਕ ਹੈ। ਉਹਦੀਆਂ ਸਟ੍ਰੈਟਜੀਜ਼ ਅਲੱਗ ਤੋਂ ਦੱਸੂਗਾ ਮੈਂ, ਉਹਦੇ ਇੰਡੀਕੇਟਰਸ, ਉਹਦੀਆਂ ਸਟ੍ਰੈਟਜੀਜ਼ ਅਲੱਗ ਤੋਂ ਦੱਸੂਗਾ। ਮਤਲਬ ਜਿਹੜੀ ਆਪਾਂ ਉਸਦੇ ਬੈਲੈਂਸ ਸ਼ੀਟ ਥੋੜੀ ਬਹੁਤੀ ਕੀਤੀ ਸੀ, ਉਹ ਵੀ ਲੌਂਗ ਟਰਮ ਦੇ ਲਈ ਕੀਤੀ ਸੀ? ਇਹ ਸਾਰਾ ਲੌਂਗ ਟਰਮ ਚੱਲ ਰਿਹਾ ਫਿਲਹਾਲ ਆਪਣਾ, ਕਿਉਂਕਿ ਠੀਕ ਹੈ ਸਰ। ਸਟਾਰਟਿੰਗ ਕੀ ਗੱਲ ਕੀਤੀ, ਸਭ ਤੋਂ ਵੱਧ ਪੈਸਾ ਪਤਾ ਕਾਹਦੇ ਚ ਹੈ? ਲੌਂਗ ਟਰਮ ਦੇ ਵਿੱਚ। ਲੌਂਗ ਟਰਮ ਦੇ ਵਿੱਚ, ਹਾਂ। ਜਿੰਨੀ ਪੇਸ਼ੈਂਸ ਜ਼ਿਆਦਾ ਹੈ ਉਨਾ ਹੀ ਪੈਸਾ ਵੀ ਜ਼ਿਆਦਾ ਹੈ। ਠੀਕ ਹੈ। ਹਾਂ, ਜੋ ਆਪਾਂ ਇੰਟਰਡੇ ਕਰਾਂਗੇ ਉਹ ਆਪਾਂ ਇਹਨਾਂ ਦੇ ਬੇਸਿਸ ਤੇ ਨਹੀਂ ਕਰਨਾ, ਉਹ ਆਪਾਂ ਆਪਣੀ ਸਟ੍ਰੈਟਜੀਜ਼ ਦੇਖਾਂਗੇ, ਆਪਾਂ ਸਟ੍ਰੈਟਜੀ ਦੇ ਅਕੋਰਡਿੰਗ ਟ੍ਰੇਡ ਲਿਆ ਕਰਾਂਗੇ, ਪ੍ਰੋਫਿਟ ਕਰਵਾਂਗੇ ਬਾਹਰ ਆ ਜਾਣੇ ਆਪਾਂ, ਉਹਦੇ ਲਈ ਆਪਾਂ ਠੀਕ ਹੈ ਭਾਜੀ, ਠੀਕ ਹੈ। ਓਕੇ। ਹਾਂਜੀ 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 ਹਾਂਜੀ। सर इतना कर लेते हैं, देखो एक ज्यादा मैं आफ्टर क्लास ਆਪਾਂ ਚਾਰਟ ਵਗੈਰਾ ਚੈੱਕ ਕਰ ਲਾਂਗੇ ਪਰ ਨਾ, ਫਿਰ ਤੁਹਾਨੂੰ ਮੈਂ ਦੱਸ ਸਕਦਾ ਜਾਂ ਹਾਂ ਤੁਸੀਂ ਮੈਨੂੰ ਮੈਸੇਜ ਕਰ ਦਿਓ ਜਾਂ ਫਿਰ ਆਪਾਂ ਉਹਦੇ ਅਕੋਰਡਿੰਗ ਦੇਖ ਲਾਂਗੇ, ਠੀਕ ਹੈ। ਵੈਸੇ ਤੁਹਾਡਾ ਟਾਰਗੇਟ ਕੀ ਸੀਗਾ ਉਹਦੇ ਵਿੱਚ? ਠੀਕ ਹੈ, ਚਲੋ ਆਪਾਂ आफ्टर क्लास ਗੱਲ ਕਰ ਲੈਂਦੇ ਹਾਂ, ਕੋਈ ਗੱਲ ਨਹੀਂ। ਓਕੇ, ਹੁਣ ਨੈਕਸਟ ਆ ਜਾਓ, ਜਿਹੜੀਆਂ ਆਪਾਂ ਕੱਲ ਤਿੰਨ ਚੀਜ਼ਾਂ ਪੜ੍ਹੀਆਂ ਸੀ, ਆਪਾਂ ਉਹਨਾਂ ਦੇ ਬਿਹਾਫ ਤੇ ਦੇਖਣਾ ਕਿ ਕੰਪਨੀ ਗੁੱਡ ਹੈ ਜਾਂ ਕੰਪਨੀ ਬੈਡ ਹੈ, ਠੀਕ ਹੈ। ਆਪਾਂ ਸਭ ਤੋਂ ਪਹਿਲਾਂ ਪੜਿਆ ਇਕੁਇਟੀ ਸ਼ੇਅਰ ਕੈਪੀਟਲ, ਉਹਦਾ ਇੰਟੈਕਟ ਰਹਿ ਰਿਹਾ ਯਾਨੀ ਕਿ ਸੇਮ ਰਹਿ ਰਿਹਾ, ਰਿਜ਼ਰਵ ਵਧ ਰਿਹਾ, ਡੈਟ ਘਟ ਰਿਹਾ। ਹੁਣ ਦੱਸੋ ਇਹ ਕੰਪਨੀ ਗੁੱਡ ਹੈ ਜਾਂ ਬੈਡ ਹੈ ਜੀ? ਗੁੱਡ ਹੈ। ਇਹ ਕੰਪਨੀ ਗੁੱਡ ਹੈ। ਆਪਾਂ ਪੂਰੀ ਬੈਲੈਂਸ ਸ਼ੀਟ ਨਹੀਂ ਪੜ੍ਹਨੀ, ਆਪਾਂ ਜਿਹੜੀਆਂ ਪਹਿਲਾਂ ਕੱਲ ਤਿੰਨ ਚੀਜ਼ਾਂ ਕੀਤੀਆਂ ਸੀ ਉਸੇ ਬਿਹਾਫ ਤੇ ਪਹਿਲਾਂ ਆਪਾਂ ਇਹ ਡਿਸਾਈਡ ਕਰਨਾ ਕਿ ਕੰਪਨੀ ਗੁੱਡ ਹੈ ਜਾਂ ਐਵਰੇਜ ਹੈ ਜਾਂ ਬੈਡ ਹੈ। ਜੇ ਕੰਪਨੀ ਗੁੱਡ ਹੈ ਆਪਾਂ ਬਾਕੀ ਦੀ ਬੈਲੈਂਸ ਸ਼ੀਟ ਉਹਦੀ ਤਾਂ ਹੀ ਪੜਾਂਗੇ, ਵਰਨਾ ਆਪਾਂ ਉਹਦੀ ਬੈਲੈਂਸ ਸ਼ੀਟ ਪੜਾਂਗੇ ਨਹੀਂ, ਠੀਕ ਹੈ। ਅੱਗੇ ਆ ਜਾਓ ਸਰ, ਇੱਕ ਕੁਐਸਚਨ ਸੀ ਬੈਲੈਂਸ ਸ਼ੀਟ ਦੇ ਰਿਲੇਟਡ। ਸਰ ਮੈਂ ਬੈਲੈਂਸ ਸ਼ੀਟ ਜਿਹੜੀ ਤੁਸੀਂ ਦੱਸਿਆ ਸੀ, ਇਹ ਸਰ ਮੈਂ ਇੰਡੀਅਨ ਕੰਪਨੀਜ਼ ਚੈੱਕ ਕੀਤੇ, ਪਰ ਜਿੱਦਾਂ ਐਪਲ, ਮਾਈਕਰੋਸਾਫਟ, ਇਹਨਾਂ ਦੇ ਡਿਫਰੈਂਟ ਹੁੰਦੀਆਂ ਵਾ, ਉਹ ਚ ਚੈੱਕ ਕੀਤੇ, ਉਹ ਚ ਇਹਨਾਂ ਦਾ ਕੁਝ ਨਿਕਲਦਾ ਹੀ ਨਹੀਂ ਆ, ਜਿੱਦਾਂ ਟੋਟਲ ਇਕੁਇਟੀ ਸ਼ੇਅਰ ਰਿਜ਼ਲਟਸ ਵਗੈਰਾ ਇਹਨਾਂ ਦਾ ਡਿਫਰੈਂਟ ਨਿਕਲਦੀਆਂ ਬੈਲੈਂਸ ਸ਼ੀਟ। ਹਾਂਜੀ, ਐਕਚੁਅਲੀ ਕੀ ਹੁੰਦਾ ਆਪਣਾ ਇੰਡੀਅਨ ਸ਼ੇਅਰ ਮਾਰਕੀਟ ਦੇ ਅਕੋਰਡਿੰਗ ਜਿਹੜੀਆਂ ਕੰਪਨੀਆਂ ਹੁੰਦੀਆਂ ਬੈਲੈਂਸ ਸ਼ੀਟਸ ਬਣਾਉਂਦੀਆਂ ਨੇ ਹਨਾ, ਇਹ ਨਾ ਮੀਨਸ ਗਾਈਡਲਾਈਨਸ ਹੁੰਦੀਆਂ ਕਿ ਤੁਸੀਂ ਇਹਨੂੰ ਇਸ ਫਾਰਮੈਟ 'ਚ ਬਣਾਉਣਾ ਹੁੰਦਾ। ਅਮਰੀਕਨ ਕੰਪਨੀਆਂ ਦਾ ਜਿਹੜਾ ਫਾਰਮੈਟ ਹੈ ਉਹ ਅਲੱਗ ਹੈ, ਬੈਲੈਂਸ ਸ਼ੀਟ ਤੋਂ ਵੀ ਬਣਾਉਂਦੀਆਂ ਨੇ ਕੰਪਨੀਆਂ, ਪਰ ਉਹਨਾਂ ਦਾ ਬੈਲੈਂਸ ਸ਼ੀਟ ਦਾ ਫਾਰਮੈਟ ਅਲੱਗ ਹੈ, ਆਪਣਾ ਅਲੱਗ ਹੈ। ਠੀਕ ਹੈ ਸਰ। ਬੇਸਿਕਲੀ ਹੈ ਸਭ ਕੁਝ ਇਹੀ ਉਹਨਾਂ ਦਾ, ਬਸ ਉਹਨਾਂ ਨੇ ਥੋੜੀ ਜਿਹੀ ਟਰਮਸ ਨੂੰ ਚੇਂਜ ਕਰਤਾ, ਠੀਕ ਹੈ, ਟਰਮਸ ਨੂੰ ਉੱਪਰ ਨੀਚੇ ਕਰਤਾ ਜਾਂ ਟਰਮਸ ਨੂੰ ਥੋੜਾ ਬਹੁਤ ਚੇਂਜ ਕਰਤਾ। ਅਲਟੀਮੇਟਲੀ ਤਾਂ ਕੋਈ ਵੀ ਕੰਪਨੀ ਪ੍ਰੋਡਕਟ ਵੇਚ ਰਹੀ ਹੈ, ਉਹਨੂੰ ਪ੍ਰੋਫਿਟ ਹੋ ਰਿਹਾ, ਚੀਜ਼ ਉਹੀ ਚੱਲ ਰਹੀ ਹੈ ਹਰ ਜਗ੍ਹਾ ਤੇ। ਬਸ ਤੁਸੀਂ ਜੇ ਇੱਕ ਵਾਰੀ ਤੁਸੀਂ ਪਹਿਲਾਂ 10-12 ਇਹਨਾਂ ਦੀਆਂ ਚੀਜ਼ ਪੜ੍ਹੋਗੇ ਨਾ ਆਪਣੀਆਂ ਨਾਰਮਲ ਇੰਡੀਅਨ ਮਾਰਕੀਟਸ ਦੀਆਂ, ਤਾਂ ਤੁਹਾਨੂੰ ਫਿਰ ਹੌਲੀ ਹੌਲੀ ਸਮਝ ਆਉਣਾ ਸ਼ੁਰੂ ਹੋ ਜਾਊਗਾ ਕਿ ਹਾਂ ਇਹ ਉਹੀ ਚੀਜ਼ ਹੈ।
क्लियर जी? ओके। ਹਾਂਜੀ ਹੁਣ ਨੈਕਸਟ ਦੇਖੋ, ਕੋਈ ਕੋਈ ਇੱਕ ਚਲੋ ਕੰਪਨੀ ਹੈ, ਉਹਦਾ ਜਿਹੜਾ ਇਕੁਇਟੀ ਸ਼ੇਅਰ ਕੈਪੀਟਲ ਹੈ ਉਹ ਵੱਧਦਾ ਜਾ ਰਿਹਾ, ਉਹਦੇ ਰਿਜ਼ਰਵ ਵੀ ਵੱਧ ਰਹੇ ਆ, ਪਰ ਉਹਦਾ ਜਿਹੜਾ ਡੈਟ ਆ ਉਹ ਘਟ ਰਿਹਾ। ਹੁਣ ਆਪਾਂ ਇਹਨੂੰ ਕੰਪਨੀ ਨੂੰ ਗੁੱਡ ਕਹੀਏ ਜਾਂ ਬੈਡ ਕਹੀਏ ਜਾਂ ਐਵਰੇਜ? ਐਵਰੇਜ। ਕਿਉਂਕਿ ਦੇਖੋ ਟੋਟਲ ਆਪਾਂ ਤਿੰਨ ਚੀਜ਼ਾਂ ਦੇਖਣੀਆਂ ਸੀ, ਤਿੰਨ ਚੋਂ ਦੋ ਤਾਂ ਸਹੀ ਹੈ ਪਰ ਇੱਕ ਗਲਤ ਹੋ ਗਈ। ਜੇ ਤਾਂ ਤਿੰਨੋਂ ਸਹੀ ਹੈ ਤਾਂ ਗੁੱਡ ਹੈ ਕੰਪਨੀ। ਹੁਣ ਤਿੰਨ ਚੀਜ਼ਾਂ ਦੇਖੀਆਂ, ਮੰਨ ਲਓ ਕਈ ਵਾਰੀ ਕੀ ਹੁੰਦਾ ਕਿ ਜਿਹੜਾ ਸ਼ੇਅਰ ਕੈਪੀਟਲ ਹੈ ਉਹ ਬਰਾਬਰ ਖੜਿਆ, ਪਰ ਉਹਦੇ ਰਿਜ਼ਰਵ ਵੀ ਘਟ ਰਹੇ ਤੇ ਡੈਟ ਵੀ ਘਟ ਰਿਹਾ। ਡੈਟ ਘਟਣਾ ਚੰਗੀ ਗੱਲ ਹੈ, ਪਰ ਰਿਜ਼ਰਵ ਘਟਣਾ ਤਾਂ ਚੰਗੀ ਗੱਲ ਨਹੀਂ। ਪਰ ਆਪਾਂ ਦੋ ਦੇਖਿਆ ਵੀ ਤੇ ਆਊਟ ਆਫ 3 ਪੁਆਇੰਟਸ, 2 ਪੁਆਇੰਟ ਆਪਣੇ ਹੱਕ ਦੇ ਵਿੱਚ ਹੈ, ਇੱਕ ਨੈਗੇਟਿਵ ਹੈ, ਤਾਂ ਆਪਾਂ ਨੂੰ ਐਵਰੇਜ ਕੰਪਨੀ ਮੰਨ ਕੇ ਚੱਲਦੇ ਹਾਂ। ਆਪਾਂ ਇਹਨੂੰ ਵੀ ਅੱਗੇ ਦੇਖ ਸਕਦੇ ਹਾਂ, ਇਹਦੀ ਬੈਲੈਂਸ ਸ਼ੀਟ ਵੀ ਆਪਾਂ ਪੜ੍ਹ ਸਕਦੇ ਹਾਂ, ਠੀਕ ਹੈ? ਗੁੱਡ ਕੰਪਨੀ ਦੀ ਤੇ ਐਵਰੇਜ ਕੰਪਨੀ ਦੀ ਬੈਲੈਂਸ ਸ਼ੀਟ ਆਪਾਂ ਅੱਗੇ ਪੜਾਂਗੇ। ਸਟਾਰਟਿੰਗ ਚ ਆਪਾਂ ਗੁੱਡ ਹੀ ਚੱਕਾਂਗੇ, ਇਸ ਤੋਂ ਬਾਅਦ ਹੌਲੀ ਹੌਲੀ ਫਿਰ ਜਿਵੇਂ ਆਪਾਂ ਨੂੰ ਐਕਸਪੀਰੀਅੰਸ ਆ ਜਾਊਗਾ, ਫਿਰ ਆਪਾਂ ਦੇਖਾਂਗੇ ਕਿ ਇਹਨੇ ਰਿਜ਼ਰਵਸ ਕਿੱਥੇ ਆਪਦੇ ਯੂਜ਼ ਕਰ ਲਏ, ਇਹਨੇ ਡੈਟ ਦੇ ਤੇ ਕਿਉਂ ਚੜ ਗਿਆ, ਜੇ ਆਪਾਂ ਨੂੰ ਲੱਗਦਾ ਕਿ ਉਹ ਜਸਟੀਫਾਈ ਕਰਦਾ ਹੈ ਉਹ ਚੀਜ਼, ਠੀਕ ਹੈ? ਹੁਣ ਮੰਨ ਲਓ ਕੋਈ ਕੰਪਨੀ ਹੈ, ਆਪਾਂ ਦੇਖਿਆ ਕਿ ਉਹਨਾਂ ਨੇ ਇਸ ਵਾਰੀ ਨਾ ਇੰਨੇ 100 ਏਕੜ ਜ਼ਮੀਨ ਲੈ ਲਈ। ਹੁਣ ਉਹ ਜ਼ਮੀਨ ਲਈ ਜਾਂ ਤਾਂ ਉਹਨਾਂ ਦੇ ਰਿਜ਼ਰਵ ਘਟਣਗੇ, ਉਹਨਾਂ ਨੇ ਜ਼ਮੀਨ ਲੈ ਲਈ, ਜਾਂ ਉਹਨਾਂ ਦਾ ਡੈਟ ਵੱਧ ਜੂਗਾ ਕਿਉਂਕਿ ਡੈਟ ਤੇ ਜ਼ਮੀਨ ਲੈ ਲਈ। ਫਿਰ ਆਪਾਂ ਦੇਖਾਂਗੇ ਚਲੋ ਠੀਕ ਹੈ, ਜਿੰਨਾ ਕੁ ਉਹਨਾਂ ਦੇ ਡੈਟ ਵਧਿਆ ਉਨੀ ਦੀ ਉਹਨਾਂ ਨੇ ਐਸੈਟ ਵੀ ਤਾਂ ਬਣਾ ਲਿਆ ਨਾ ਆਪਦਾ। ਹਾਂਜੀ ਆਪਾਂ ਨੂੰ ਇਹ ਚੀਜ਼ ਪੜ੍ਹਨੀ ਪੈਂਦੀ ਹੈ ਕਿ ਹਾਂ ਜੇ ਇਹਨਾਂ ਦੇ ਡੈਟ ਵੱਧ ਗਿਆ ਤੇ ਕੀ ਇਹਨਾਂ ਨੇ ਕੋਈ ਨਵੀਂ ਪ੍ਰੋਡਕਸ਼ਨ ਤਾਂ ਨਹੀਂ ਕੀਤੀ, ਕੋਈ ਨਵੀਂ ਚੀਜ਼ ਤਾਂ ਨਹੀਂ ਲੈ ਕੇ ਆਏ। ਜੇ ਮੈਂ ਕਹਾਂ ਜੀ ਮੇਰੇ ਤੇ 40 ਲੱਖ ਰੁਪਏ ਦਾ ਲੋਨ ਹੈ, ਤੇ ਮੈਂ ਕਹਾਂ 40 ਲੱਖ ਦਾ ਕੀ ਹੈ ਜੀ, ਮੈਂ ਘਰ ਪਾ ਲਿਆ, ਠੀਕ ਹੈ? ਮੈਂ 40 ਲੱਖ ਦਾ ਘਰ ਪਾ ਲਿਆ, ਕੋਈ ਗੱਲ ਨਹੀਂ, ਲੋਨ ਉਤਰ ਜਾਏਗਾ तो पॉजिटिव भी है। या मेरे बैंक बैलेंस 40 लाख रुपया सी, मैं खर्च करके घर नवा ले लिया, कोई गल नहीं, एक पासों पैसा गया दूजे पासे आ गया ना। ਹਾਂਜੀ ठीक है, ओके। हुण तीजी चीज आ जाओ, कोई कंपनी है, ਉਹਦੇ शेयर कैपिटल वध रही है हर साल, ਉਹਦੇ रिजर्व भी घट रहे हैं। देखो एक तो ਉਹਨੇ पैसा मार्केट चो उठा लिया, शेयर बेचे, पैसा ले लिया, रिजर्व च भी पैसा नहीं आया, उधरों भी घट गया, उधरों ਉਹਨੇ कंपनी ने कर्जा भी होर ले लिया, सारा कुछ उल्ट हो गया। ਹੁਣ ਇਹ ਗੁੱਡ ਹੈ ਕਿ ਬੈਡ ਹੈ ਕਿ ਐਵਰੇਜ ਹੈ? ਬੈਡ। ਇਹ ਤਾਂ ਬੈਡ ਚੀਜ਼ ਹੈ। ਦੇਖੋ ਉਹ ਮਾਰਕੀਟ ਚੋਂ ਵੀ ਪੈਸਾ ਚੱਕ ਰਹੀ ਹੈ, ਠੀਕ ਹੈ? ਜਿਹੜੇ ਕੋਲ ਰਿਜ਼ਰਵ ਪਏ ਆ ਉਹਦੇ ਚੋਂ ਵੀ ਪੈਸਾ ਖਰਚ ਕਰ ਰਹੀ ਹੈ, ਉਹਦਾ ਫਿਰ ਵੀ ਕਰਜ਼ਾ ਫਿਰ ਵੀ ਵਧ ਰਿਹਾ, ਯਾਨੀ ਕਿ ਉਹਨੇ ਕਰਜ਼ਾ ਵੀ ਲਿਆ, ਮਾਰਕੀਟ ਚੋਂ ਵੀ ਪੈਸੇ ਲਏ, ਆਪਦੇ ਰਿਜ਼ਰਵ ਚ ਜਿਹੜੇ ਪਏ ਸੀ ਉਹ ਵੀ ਖਰਚ ਕਰਤੇ। ਇਹ ਫਿਰ ਬੈਡ ਹੋ ਗਈ, ਠੀਕ ਹੈ? ਜੇ ਆਪਾਂ ਕਹਿੰਦੇ ਸਰ ਇਹਨਾਂ ਨੇ ਜ਼ਮੀਨ ਬਣਾ ਲਈ ਜੀ, ਤਿੰਨ ਚੀਜ਼ਾਂ ਨੂੰ ਨੈਗੇਟਿਵ ਕਰਕੇ ਇੱਕ ਚੀਜ਼ ਪੋਜ਼ਿਟਿਵ ਕਰਨੀ, ਕੀ ਇਹ ਜਸਟੀਫਾਈ ਹੈ? ਨਹੀਂ। ठीक है, तिन्ने पासों ਅਸੀਂ ਘਾਟਾ ਖਾ ਕੇ ਜੀ ਜ਼ਮੀਨ ਲੈ ਲਈ, ਇਹ ਤਾਂ ਗਲਤ ਹੋ ਗਿਆ ਨਾ ਫਿਰ। ਚਲੋ ਇੰਨੀ ਗੱਲ ਸਮਝ ਆਈ ਹੁਣ ਸਭ ਨੂੰ? ਹਾਂਜੀ ਸਰ ਸਰ ਜਿਵੇਂ ਇੰਟਰਾਡੇ ਦੇ ਵਿੱਚ ਵੀ ਫਿਰ ਇੱਦਾਂ ਦੇਖਣੀ ਪੈਂਦੀ ਕੰਪਨੀ, ਫਿਰ ਇੰਟਰਾਡੇ ਲਈ ਵੀ ਮਤਲਬ ਬੈਡ ਆ? ਫਿਰ ਜਦੋਂ ਪਿੱਛੇ ਰੌਲਾ ਪੈ ਰਿਹਾ ਹੁੰਦਾ ਤਾਂ ਆਪਦਾ ਮਾਈਕ ਆਪ ਹੀ ਬੰਦ ਕਰ ਲਿਆ ਕਰੋ, ਵਾਰ-ਵਾਰ ਕਹਿਣ ਦੀ ਲੋੜ ਨਾ ਪਵੇ ਤੁਹਾਨੂੰ। ਨਹੀਂ ਸਰ, ਆਪਾਂ ਮੈਂ ਕਦਮ ਕਿਹਾ ਸੀ ਆਪਾਂ ਇੰਟਰਾਡੇ ਚ ਬੈਲੈਂਸ ਸ਼ੀਟਸ ਨਹੀਂ ਦੇਖਦੇ ਜੀ। ਆਪਾਂ ਜਦੋਂ ਵੀ ਬੈਲੈਂਸ ਸ਼ੀਟ ਦੇਖਦੇ ਹਾਂ ਆਪਾਂ ਜਾਂ ਸਵਿੰਗ ਟ੍ਰੇਡ ਦੇ ਲਈ ਦੇਖਦੇ ਹਾਂ, ਠੀਕ ਹੈ? ਜਾਂ ਫਿਰ ਆਪਾਂ ਲੌਂਗ ਟ੍ਰੇਡ ਦੇ ਲਈ ਦੇਖਦੇ ਹਾਂ। ਠੀਕ ਹੈ। ਤਾਂ ਦੇਖਾਂਗੇ ਜਾਂ ਆਪਾਂ ਲੌਂਗ ਟ੍ਰੇਡ। ਇੰਟਰਾਡੇ ਚ ਆਪਾਂ ਦੇਖੋ ਇੱਕ ਦਿਨ ਚ ਕੰਪਨੀ ਨਾ ਤਾਂ ਵਧਣ ਲੱਗੀ ਹੈ ਨਾ ਡੁੱਬਣ ਲੱਗੀ ਹੈ, ਨਾ ਉਹ ਉੱਪਰ ਚੜ੍ਹਨ ਲੱਗੀ ਇੱਕ ਦਿਨ ਚ। ਇੱਕ ਦਿਨ ਚ ਜਿੰਨੇ ਕ ਆਪਾਂ ਪੁਆਇੰਟ ਖਾਣੇ ਆ ਉਹਨੇ ਕੁ ਪੁਆਇੰਟ ਆਪਾਂ ਉਹ ਬੈਲੈਂਸ ਸ਼ੀਟ ਨਾਲ ਕੰਮ ਹੀ ਨਹੀਂ ਕਰਦੇ। ਹਾਂ ਸਾਲ ਆਪਾਂ ਸਾਲ ਕਿਸੇ ਕੰਪਨੀ ਨੂੰ ਰੱਖਿਆ, ਆਪਾਂ ਉਹ ਚ ਹਿੱਸੇਦਾਰੀ ਲਈ, ਆਪਾਂ ਸਾਲ ਵਾਸਤੇ ਵਿੱਚ ਆਪਦਾ ਸ਼ੇਅਰ ਪਾ ਰਹੇ ਆ, ਫਿਰ ਆਪਾਂ ਨੂੰ ਦੇਖਣ ਦੀ ਲੋੜ ਹੈ ਵੀ ਸਾਲ ਬਾਅਦ ਕੰਪਨੀ ਵਧੂਗੀ ਵੀ ਕਿ ਨਹੀਂ। ਕੀ ਇਹ ਪੋਸੀਬਲ ਹੈ ਕਿ ਇੱਕ ਦਿਨ ਚ ਕੋਈ ਕੰਪਨੀ ਜ਼ੀਰੋ ਹੋ ਜਾਏਗੀ? ਨਹੀਂ ਸਰ। ਨਹੀਂ ਹਾਂ, ਕੀ ਇਹ ਪੋਸੀਬਲ ਹੈ ਕਿ ਇੱਕ ਦਿਨ ਚ ਕੋਈ ਕੰਪਨੀ ਜ਼ੀਰੋ ਤੋਂ ਹੀਰੋ ਹੋ ਜਾਊਗੀ? ਨਹੀਂ ਨਹੀਂ ਸਰ। ਉਹਦੇ ਲਈ ਫਿਰ ਆਪਾਂ ਬੈਲੈਂਸ ਸ਼ੀਟ ਨਹੀਂ ਦੇਖਦੇ। ਚਲੋ ਹੁਣ ਆਪਾਂ ਨੈਕਸਟ ਕਰੀਏ ਜੀ, ਗੂਗਲ ਤੇ ਆ ਜਾਓ। ਆਪਾਂ ਬੈਲੈਂਸ ਸ਼ੀਟ ਕਿੱਥੋਂ ਦੇਖਦੇ ਹਾਂ? ਮਨੀ ਮਨੀ ਕੰਟਰੋਲ। ਕੰਟਰੋਲ। ਆਪਾਂ ਕੀ ਸ਼ੇਅਰ ਕੀਤਾ, ਆਪਾਂ ਪੀਡੀ ਲਾਈਟ ਪਾਇਆ, ਠੀਕ ਹੈ? ਪੀਡੀ ਲਾਈਟ बैलेंस शीट, ठीक? जो आप पीडी लाइट बैलेंस शीट सर्च कराएंगे लिखनी है न्यू की ओल्ड? ओल्ड। ओल्ड। अपन क्लिक किया है, जो बैलेंस शीट है इन्हें वो कर दो, अपने को की आ जाएगा ਜਿਹੜੀ ओल्ड फॉर्मेट ਦੇ ਵਿੱਚ बैलेंस शीट है वो आ गई अपने को, ठीक है जी?
ਸਕਰੀਨ ਤੁਹਾਡੀ ਇੱਕ ਮਿੰਟ ਪ੍ਰੋਪਰ ਨਹੀਂ ਹੁਣ ਸ਼ੇਅਰ ਹੋ ਰਹੀ ਹੈ ਸਰ? ਨਹੀਂ ਸਰ, ਜ਼ੂਮ ਇਨ ਬਹੁਤ ਜ਼ਿਆਦਾ ਕੀ ਹੋ ਰਿਹਾ? ਸਰ, ਜ਼ੂਮ ਇਨ ਹੈ ਤੁਹਾਡੀ ਸਕਰੀਨ ਦੇ ਉੱਪਰ ਨਾ, ਤੁਹਾਡੇ ਟੈਬਸ ਦਿਖਦੀਆਂ, ਬਾਕੀ ਕੁਝ ਨਹੀਂ ਦਿਖਦਾ। ਇਹ ਗੱਲ ਹੁਣ ਦੇਖੋ ਜੀ, ਵਿਜ਼ੀਬਲ ਹੈ? ਹਾਂਜੀ ਸਰ, ਠੀਕ ਹੈ। ਜਿੱਥੋਂ ਵੀ ਆਕੂ ਓਕੇ ਜੀ, ਤਾਂ ਹੁਣ ਆਪਾਂ ਦੇਖਿਆ ਸਟਾਰਟਿੰਗ 'ਚ ਆਪਾਂ ਕੀ ਦੇਖ ਰਹੇ ਸੀ, ਸੋਰਸ ਆਫ ਫੰਡਸ, ਟੋਟਲ ਸ਼ੇਅਰ ਕੈਪੀਟਲ ਜਾਂ ਇਕੁਇਟੀ ਸ਼ੇਅਰ ਕੈਪੀਟਲ ਆਪਾਂ ਕਰ ਲਿਆ। ਇਸ ਤੋਂ ਬਾਅਦ ਸ਼ੇਅਰ ਐਪਲੀਕੇਸ਼ਨ ਮਨੀ, ਇਹਨੂੰ ਛੱਡ ਦਿਓ, ਠੀਕ ਹੈ, ਆਪਣੀ ਕੰਮ ਦੀ ਚੀਜ਼ ਨਹੀਂ, ਇਹਨੂੰ ਛੱਡ ਦਿਓ। ਫਿਰ ਆਪਾਂ ਰਿਜ਼ਰਵ ਦੇਖੀਏ। ਇਹ ਤੋਂ ਬਾਅਦ ਆਪਾਂ ਦੇਖਦੇ ਹਾਂ ਨੈਟਵਰਥ। ਨੈਟਵਰਥ ਦਾ ਮਤਲਬ ਕੀ ਹੈ ਕਿ ਕੰਪਨੀ ਦੀ ਕੀਮਤ ਕਿੰਨੀ ਹੈ, ਜਾਂ ਕੰਪਨੀ ਕਿੰਨੇ ਦੀ ਹੈ, ਹਨਾ, ਕੰਪਨੀ ਦੀ ਵਰਥ ਕਿੰਨੇ ਦੀ ਹੈ, ਕੰਪਨੀ ਇੰਨੇ ਪੈਸਿਆਂ ਦੀ ਵਰਥ ਹੈ ਕਿ ਇੰਨਾ ਕੰਪਨੀ ਦਾ ਕਹ ਲਓ ਟੋਟਲ ਆਪਾਂ ਕਹਿ ਸਕਦੇ ਹਾਂ ਕਿ ਨੈਟਵਰਥ ਹੈ ਜਾਂ ਇੰਨੀ ਕੀਮਤ ਹੈ ਉਸ ਕੰਪਨੀ ਦੀ, ਠੀਕ ਹੈ। ਹੁਣ ਜਿਹੜੀ ਕੰਪਨੀ ਦੀ ਕੀਮਤ ਹੈ, ਜੋ ਅੱਛੀ ਕੰਪਨੀ ਹੈ, ਅੱਛਾ ਪਰਫਾਰਮ ਕਰ ਰਹੀ ਹੈ, ਤਾਂ ਉਹਦੀ ਕੀਮਤ ਹਰ ਸਾਲ ਵਧਣੀ ਚਾਹੀਦੀ ਹੈ ਜਾਂ ਘਟਣੀ ਚਾਹੀਦੀ ਹੈ? ਵਧਣੀ ਚਾਹੀਦੀ ਹੈ। ਤੇ ਇਹ ਆਪਾਂ ਜਦੋਂ ਪੀਡੀਲਾਈਟ ਦੀ ਬੈਲੈਂਸ ਸ਼ੀਟ ਦੇਖ ਰਹੇ ਹਾਂ ਤਾਂ ਹਰ ਸਾਲ ਇਹਦੀ ਜਿਹੜੀ ਕੀਮਤ ਹੈ ਉਹ ਵਧ ਰਹੀ ਹੈ। ਕਲੀਅਰ ਹੈ ਜੀ? ਹਾਂਜੀ। ਫਿਰ ਆਪਾਂ ਸਿਕਿਉਰਡ ਲੋਨ ਦੀ ਗੱਲ ਕਰਦੇ ਸੀ, ਇਹ ਡੈਟ ਹੀ ਆਪਣਾ ਲੋਨ ਕਿ ਸਿਕਿਉਰ ਲੋਨ ਹੈ ਜਾਂ ਅਨਸਿਕਿਉਰਡ ਲੋਨ ਹੈ। ਫਿਰ ਆਪਾਂ ਦੇਖਿਆ ਟੋਟਲ ਲਾਇਬਿਲਿਟੀਜ਼, ਠੀਕ ਹੈ। ਤਾਂ ਹੁਣ ਕੀ ਦੇਖਿਆ ਕਿ ਜਿਹੜੀਆਂ ਟੋਟਲ ਲਾਇਬਿਲਿਟੀਜ਼ ਹੈ, ਕਿ ਟੋਟਲ ਲਾਇਬਿਲਿਟੀਜ਼ ਦਾ ਮਤਲਬ ਕੀ ਹੁੰਦਾ ਹੈਗਾ ਕਿ ਕੰਪਨੀ ਦੇ ਖਰਚੇ ਕਿੰਨੇ ਹੈ, ਠੀਕ ਹੈ। ਆਪਾਂ ਜੋ ਲਾਇਬਿਲਿਟੀ ਦਾ ਮਤਲਬ ਕੀ ਹੈ, ਖਰਚੇ। ਤਾਂ ਆਪਾਂ ਦੇਖਿਆ ਕਿ ਕੰਪਨੀ ਦੇ ਜਿਹੜੇ ਖਰਚੇ ਹੈ ਉਹ ਇੰਨੇ ਹੈ, ਠੀਕ। ਹਰ ਸਾਲ ਖਰਚੇ ਵਧ ਰਹੇ ਹੈ। ਖਰਚਾ ਵਧਣਾ ਪੋਜ਼ਿਟਿਵ ਹੈ ਕਿ ਨੈਗੇਟਿਵ ਹੈ? ਸਰ ਜੇ ਕੰਪਨੀ ਗਰੋ ਕਰੂਗੀ ਫਿਰ ਖਰਚੇ ਵਧਣਗੇ। ਹਾਂ, ਜੇ ਹੁਣ ਕੰਪਨੀ ਗਰੋ ਕਰ ਰਹੀ ਹੈ ਤਾਂ ਆਪਾਂ ਦੇਖਦੇ ਹਾਂ ਕਿ ਮੰਨ ਲਓ ਕੰਪਨੀ ਦਾ ਪਹਿਲਾਂ ਇੱਕ ਆਫਿਸ ਸੀ, ਹੁਣ ਕੰਪਨੀ ਨੇ 2 ਆਫਿਸ ਬਣਾ ਲਏ, ਉਹਦਾ ਕੰਮ ਵੱਧ ਗਿਆ, ਤਾਂ ਉਹਦੇ ਖਰਚੇ ਵੀ ਤਾਂ ਵਧਣਗੇ ਨਾ, ਠੀਕ ਹੈ। ਹਾਂਜੀ। ਪ੍ਰੋਪਰ ਦੇਖਦੇ ਆ ਕਿ ਇਹ ਨਾ ਹੋਵੇ ਕਿ ਕੰਪਨੀ ਦੀ ਇਨਕਮ ਤਾਂ ਉਨੀ ਰਹਿ ਰਹੀ ਹੈ ਪਰ ਖਰਚੇ ਵਧਦੇ ਜਾ ਰਹੇ ਹਨ। ਹੁਣ ਮੰਨ ਲਓ ਕੀ ਹੋਇਆ ਕਿ ਕੰਪਨੀ ਦਾ ਆਫਿਸ ਇੱਕ ਹੀ ਹੈ, ਪਹਿਲਾਂ ਉੱਥੇ 5 ਬੰਦੇ ਵੀ ਕੰਮ ਕਰ ਲੈਂਦੇ ਸੀ, ਕੰਪਨੀ ਨੇ ਬੰਦੇ 10 ਰੱਖ ਲਏ ਇੱਕੋ ਆਫਿਸ 'ਚ, ਖਰਚੇ ਦਾ ਵਧਾ ਲਿਆ ਪਰ ਉਹਦੀ ਪ੍ਰੋਡਕਸ਼ਨ ਵਧ ਨਹੀਂ ਗਈ, ਫਿਰ ਉਹੀ ਚੀਜ਼ ਨੈਗੇਟਿਵ ਹੋ ਜਾਂਦੀ ਹੈ, ਠੀਕ। ਤਾਂ ਆਪਾਂ ਜਦੋਂ ਅੱਗੇ ਪੂਰੀ ਬੈਲੈਂਸ ਸ਼ੀਟ ਪੜਾਂਗੇ ਤਾਂ ਫਿਰ ਆਪਾਂ ਨੂੰ ਇਹ ਚੀਜ਼ ਸਮਝ ਆਊਗਾ ਕਿ ਜੇ ਖਰਚੇ ਵਧ ਰਹੇ ਆ ਤਾਂ ਸਹੀ ਢੰਗ ਨਾਲ ਵਧ ਰਹੀ ਹੈ, ਠੀਕ ਹੈ ਜੀ। ਕੰਪਨੀ ਆਦਾ ਪ੍ਰੋਫਿਟ ਵੀ ਵਧਾ ਰਹੀ ਹੈ, ਠੀਕ ਹੈ, ਵਧਾ ਰਹੀ ਹੈ, ਉਹਦੇ ਪਿੱਛੇ ਖਰਚੇ ਵੀ ਹੋ ਰਹੇ, ਕੋਈ ਗੱਲ ਨਹੀਂ, ਹੋ ਜਾਂਦੇ, ਪਰ ਪ੍ਰੋਫਿਟ ਵਧਿਆ, ਠੀਕ। ਨੈਕਸਟ ਆ ਜਾਓ ਹਮ ਗ੍ਰੋਸ ਬਲੌਕ। ਗ੍ਰੋਸ ਬਲੌਕ ਦਾ ਮਤਲਬ ਕੀ ਹੁੰਦਾ, ਇਹਨੂੰ ਲਿਖੋ ਕਾਪੀ ਦੇ ਨਾਲ, ਨੋਟ ਕਰੀ ਚਲੋ। ਗ੍ਰੋਸ ਬਲੌਕ ਦੇ ਵਿੱਚ ਕੀ ਹੁੰਦਾ, ਉਹ ਖਰਚਾ ਜਿਹੜਾ ਕਿਸੇ ਕੰਪਨੀ ਦਾ ਪ੍ਰਾਪਰਟੀ, ਇਕਵਿਪਮੈਂਟ ਤੇ ਪਲਾਂਟ ਲਗਾਉਣ, ਹੁਣ ਕੰਪਨੀ ਆਪਾਂ ਦੇਖ ਰਹੇ ਹਾਂ ਪ੍ਰੋਡਕਸ਼ਨ ਹਾਊਸ ਹੈ, ਪੀਡੀਲਾਈਟ ਹੈ, ਫੈਬੀਕੋਲ ਹੁੰਦੀ ਹੈ, ਤਾਂ ਆਪਣੀਆਂ ਮਸ਼ੀਨਾਂ ਵੀ ਲੈ ਕੇ ਆਏਗੀ, ਆਪਦੇ ਨਵੇਂ ਪਲਾਂਟ ਵੀ ਲਗਾਉਣਗੇ, ਠੀਕ। ਤਾਂ ਆਪਾਂ ਦੇਖਿਆ ਕਿ ਕਿਸੇ ਕੰਪਨੀ ਨੇ ਪਹਿਲਾਂ ਜ਼ਮੀਨ ਲਈ ਪ੍ਰਾਪਰਟੀ ਬਣਾ ਲਈ, ਪ੍ਰਾਪਰਟੀ ਤੋਂ ਬਾਅਦ ਉਹਨੇ ਉਹਦੇ ਉੱਪਰ ਮਸ਼ੀਨਰੀ ਲਗਾਈ, ਇਕਵਿਪਮੈਂਟ ਲੈ ਕੇ ਆਈ, ਉਹਨੇ ਇਕਵਿਪਮੈਂਟ ਕੋਈ ਬਾਹਰੋਂ ਪਰਚੇਸ ਕੀਤਾ ਜਾਂ ਇੰਡੀਆ ਤੋਂ ਪਰਚੇਸ ਕੀਤਾ, ਫਿਰ ਉਹਨੇ ਪ੍ਰੋਪਰ ਪਲਾਂਟ ਲਗਾਇਆ, ਸ਼ੈੱਡ ਪਾਇਆ ਉਹਦੇ ਉੱਪਰ, ਉਹਨੂੰ ਫੈਕਟਰੀ ਬਣਾਈ, ਉਹਨੂੰ ਵਰਕਿੰਗ 'ਚ ਲੈ ਕੇ ਆਂਦਾ, ਉਹਦੇ ਉੱਪਰ ਖਰਚਾ ਹੋਏਗਾ ਕਿ ਨਹੀਂ ਹੋਏਗਾ? ਹਾਂਜੀ। ਠੀਕ ਹੈ। ਉਹ ਸਾਰਾ ਖਰਚਾ ਆਪਾਂ ਕਿਹੜੇ ਖਾਤਿਆਂ 'ਚ ਪਾਉਂਦੇ ਆ? ਗ੍ਰੋਸ ਬਲੌਕ, ਯਾਨੀ ਕਿ ਕੰਪਨੀ ਦਾ ਜਿੰਨਾ ਵੀ ਪ੍ਰਾਪਰਟੀ, ਇਕਵਿਪਮੈਂਟ ਤੇ ਪਲਾਂਟ ਦੇ ਉੱਪਰ ਜਿਹੜਾ ਖਰਚਾ ਆ ਗਿਆ ਉਹਨੂੰ ਆਪਾਂ ਕਹਿੰਦੇ ਆ ਗ੍ਰੋਸ ਬਲੌਕ। ਜੇ ਕੰਪਨੀ ਹਰ ਸਾਲ ਆਪਦਾ ਕੋਈ ਨਵਾਂ ਪਲਾਂਟ ਲਗਾ ਰਹੀ ਹੈ ਤੇ ਚੰਗੀ ਗੱਲ ਹੈ ਕਿ ਮਾੜੀ ਗੱਲ? ਚੰਗੀ ਗੱਲ ਹੈ। ਚੰਗੀ ਗੱਲ ਹੈ, ਕੰਪਨੀ ਹਰ ਸਾਲ ਆਪਦੀ ਮਸ਼ੀਨਰੀ 'ਚ ਵਾਧਾ ਕਰ ਰਹੀ ਹੈ, ਇਹ ਚੰਗੀ ਗੱਲ ਹੈ ਕਿ ਮਾੜੀ ਗੱਲ ਹੈ? ਸਹੀ ਗੱਲ ਹੈ, ਠੀਕ। ਫਿਰ ਨੈਕਸਟ अपने को आ गई लेस एक्यूमुलेशन डेप्रिसिएशन। हम एक सिंपल डेप्रिसिएशन का मतलब समझो, डेप्रिसिएशन का मतलब ਕੀ ਹੁੰਦਾ? ਜਿਹੜੀ ਚੀਜ਼ ਸਰ ਘਟਦੀ ਹੋਵੇ, ਜਿਹਦੀ ਵੈਲਿਊ ਘਟਦੀ ਹੋਵੇ, ਜਿਹਦੀ ਵੈਲਿਊ ਘਟਦੀ ਹੋਵੇ, ਜਦੋਂ ਆਪਾਂ ਕਹਿੰਦੇ ਵੀ ਡੈਪਰੀਸ਼ੀਏਟ ਹੋ ਗਈ ਕਿ ਇਹਦੇ ਚ ਇੰਨੀ ਦੀ ਕੀਮਤ ਘਟ ਗਈ। ਮੰਨ ਲਓ ਤੁਸੀਂ ਕੋਈ ਕਾਰ ਲੈ ਕੇ ਆਂਦੀ ਨਵੀਂ, ਠੀਕ ਹੈ, ਆਪਾਂ ਕੋਈ ਇੱਕ ਨਵੀਂ ਕਾਰ ਲਿਆਂਦੀ, ਉਹਦੇ ਵਿੱਚ ਆਪਾਂ ਕੀ ਦੇਖਦੇ ਹਾਂ ਕਿ
2 ਲੱਖ ਰੁਪਏ ਦੀ ਕਾਰ ਸੀਗੀ ਫॉर एग्जांपल ਉਹ, ਹੁਣ ਤੋਂ 2 ਲੱਖ ਰੁਪਏ ਦੀ ਕਾਰ ਸੀਗੀ, ਚਲ 2 ਲੱਖ ਦੀ ਤਾਂ ਯਾਰ ਕਿਹੜੀ ਕਾਰ ਆਉਂਦੀ ਹੈ ਨਾ, ਬਜਟ ਹੋਏਗੀ ਕਿ ਨਹੀਂ ਹੋਏਗੀ? ਨਹੀਂ ਹੋਊਗੀ। ਹਾਂਜੀ ਹੁਣ ਮੰਨ ਲਓ ਆਪਾਂ ਉਹਦੀ ਕੀਮਤ ਘਟਾ ਕੇ ਕਰਤੀ 18 ਲੱਖ, ਠੀਕ ਹੈ, ਤੇ ਜਿਹੜੀ ਇਹ ਆਪਾਂ ਇੱਥੇ ਲੈਸ ਡੈਪਰੀਸ਼ੀਏਸ਼ਨ, ਠੀਕ ਹੈ, ਚਲੋ ਮੈਂ ਦੁਬਾਰਾ ਕਰਦੀ ਹਾਂ। ਲੈਸ ਆਪਾਂ ਡੈਪਰੀਸ਼ੀਏਸ਼ਨ ਦੀ ਗੱਲ ਕਰ ਰਹੇ ਸੀ ਕਿ ਡੈਪਰੀਸ਼ੀਏਸ਼ਨ ਦਾ ਮਤਲਬ ਕੀ ਹੈ ਕਿ ਜਿਹੜੀ ਘਸਾਵਟ ਹੋ ਜਾਂਦੀ ਹੈ, ਠੀਕ ਹੈ, ਘਸਾਵਟ ਤੋਂ ਬਾਅਦ ਜਿਹੜੀ ਕੀਮਤ ਰਹਿ ਜਾਂਦੀ ਹੈ ਉਹਨੂੰ ਆਪਾਂ ਕਹਿੰਦੇ ਆ ਲੈਸ ਅਕਮੂਲੇਟਡ ਡੈਪਰੀਸ਼ੀਏਸ਼ਨ, ਠੀਕ ਹੈ। ਜੇ ਕੱਲੀ ਡੈਪਰੀਸ਼ੀਏਸ਼ਨ ਯਾਨੀ ਕਿ ਘਸਾਵਟ ਇੰਨੀ ਦੀ ਹੋਗੀ, ਲੈਸ ਅਕਮੂਲੇਸ਼ਨ ਡੈਪਰੀਸ਼ੀਏਸ਼ਨ ਦਾ ਮਤਲਬ ਹੈ ਕਿ ਚੀਜ਼ ਦੀ ਘਸਾਵਟ ਹੋਣ ਤੋਂ ਬਾਅਦ ਹੁਣ ਉਹਦੀ ਕੀਮਤ ਕਿੰਨੀ ਰਹੇਗੀ। ਆਪਾਂ 20 ਲੱਖ ਰੁਪਏ ਦੀ ਕਾਰ ਲਿਆਂਦੀ, ਸਾਲ ਚੋਂ 2 ਲੱਖ ਰੁਪਇਆ ਘਟ ਗਈ, ਤਾਂ ਉਹਦੀ ਜਿਹੜੀ ਲੈਸ ਅਕਮੂਲੇਸ਼ਨ ਡੈਪਰੀਸ਼ੀਏਸ਼ਨ ਹੈ ਕਿੰਨੇ ਰੁਪਏ ਰਹੇਗੀ? 18 ਲੱਖ। 18 ਲੱਖ, ਠੀਕ ਹੈ। 2 ਲੱਖ ਆਪਾਂ ਤੋਂ ਮਾਈਨਸ ਕਰਤਾ ਕਿ ਜਿਹੜੇ ਸਾਡੇ ਕੋਲ ਹੁਣ ਇਹ ਕੰਪਨੀ ਕਹਿੰਦੀ ਹੈ ਕਿ ਅਸੀਂ ਜਿਹੜੇ ਪਲਾਂਟ ਵਗੈਰਾ ਲਗਾਏ ਸੀ ਪਿਛਲੀ ਵਾਰੀ ਉਹਨਾਂ ਤੇ ਇੰਨਾ ਸੀ ਖਰਚਾ ਵੀ ਕੀਤਾ ਸੀਗਾ, ਇਸ ਸਾਲ ਉਹਨਾਂ ਦੀ ਕੀਮਤ ਘਟ ਕੇ ਇੰਨੀ ਰਹਿ ਗਈ, ਕਿਉਂ? ਕਿਉਂਕਿ ਉਹਨਾਂ ਨੇ ਆਪਣਾ ਘਸਾਵਟ ਦਾ ਖਰਚਾ ਪਾਤਾ ਕਿ ਸਾਡੀ ਘਸਾਵਟ ਵੀ ਤਾਂ ਹੋਈ ਹੈ ਨਾ ਉਹਦੇ ਵਿੱਚ, ਠੀਕ ਹੈ ਜੀ। ਹਾਂਜੀ ਹੁਣ ਨੈਕਸਟ ਆ ਗਿਆ ਆਪਣੇ ਕੋਲ ਨੈਟ ਬਲੌਕ। ਨੈਟ ਬਲੌਕ ਕੀ ਹੈ? ਗ੍ਰੋਸ ਬਲੌਕ ਮਾਈਨਸ ਲੈਸ ਅਕਮੂਲੇਟਡ ਡੈਪਰੀਸ਼ੀਏਸ਼ਨ, ਠੀਕ ਹੈ। ਉੱਪਰ ਵਾਲੀ ਰਕਮ ਨੂੰ ਨੀਚੇ ਵਾਲੀ ਨਾਲ ਮਾਈਨਸ ਕਰ ਦਿਓ ਤਾਂ ਤੁਹਾਡੇ ਕੋਲ ਕੀ ਰਹਿ ਜਾਊਗਾ? ਨੈਟ ਬਲੌਕ। ਆਪਾਂ 2500 ਤੋਂ 1080 ਮਾਈਨਸ ਕਰਤੇ ਤਾਂ ਆਪਣੇ ਕੋਲ ਰਹਿ ਗਿਆ 1422, ਠੀਕ ਹੈ। ਇਹ ਆਪਣਾ ਨੈਟ ਬਲੌਕ ਹੈ ਕਿ ਕੰਪਨੀ ਦਾ ਜਿੰਨਾ ਖਰਚਾ ਹੋਇਆ ਹੈਗਾ ਨਵੀਂ ਪ੍ਰੋਪਰਟੀ ਲੈਣ ਤੇ, ਇਕਵਿਪਮੈਂਟ ਲੈਣ ਤੇ ਜਾਂ ਪਲਾਟ ਲਗਾਉਣ ਤੇ। ਫਿਰ ਨੈਕਸਟ ਕੰਪਨੀ ਪਾਉਂਦੀ ਹੈ ਕੈਪੀਟਲ ਵਰਕ ਇਨ ਪ੍ਰੋਗਰੈਸ। ਗ੍ਰੋਸ ਬਲੌਕ ਦਾ ਕੀ ਮਤਲਬ ਕੀ ਸੀ ਕਿ ਕੰਪਨੀ ਨੇ ਕੋਈ ਪ੍ਰਾਪਰਟੀ ਲੈ ਚੁੱਕੀ ਹੈ, ਮਸ਼ੀਨਰੀ ਵੀ ਆ ਚੁੱਕੀ ਹੈ, ਪਲਾਟ ਵੀ ਲੱਗ ਚੁੱਕਿਆ। ਕੈਪੀਟਲ ਵਰਕ ਇਨ ਪ੍ਰੋਗਰੈਸ ਦਾ ਮਤਲਬ ਹੈ ਉਹ ਕੰਮ ਜਿਹੜਾ ਹਜੇ ਚੱਲ ਰਿਹਾ, ਹਜੇ ਪੂਰਾ ਨਹੀਂ ਹੋਇਆ। ਮੰਨ ਲਓ ਕੰਪਨੀ ਨੇ ਪਲਾਟ ਲਗਾਉਣਾ ਸੀ, ਹਜੇ ਅੱਧੀ ਮਸ਼ੀਨਰੀ ਆਈ ਹੈ, ਫਿਟਿੰਗ ਕਰਨ ਵਾਲੀ ਰਹਿੰਦੀ ਹੈ, ਸ਼ੈੱਡ ਪਾਉਣ ਵਾਲਾ ਰਹਿੰਦਾ, ਸਮਾਨ ਅੱਧਾ ਆ ਗਿਆ, ਅੱਧਾ ਹੋਰ ਆ ਸਕਦਾ, ਹਨਾ। ਤਾਂ ਇਹ ਉਹ ਹੈ ਕਿ ਸਾਡਾ ਹਜੇ ਇੱਕੋ ਇੱਕ ਕੰਮ ਹੈ, ਕੋਈ ਪ੍ਰੋਜੈਕਟ ਕੰਮ ਚੱਲੀ ਜਾਂਦਾ ਹੈ, ਅਸੀਂ ਉਹਦੇ ਤੇ 281 ਕਰੋੜ ਰੁਪਇਆ ਲਾ ਚੁੱਕੇ ਹਾਂ, ਪਰ ਹਜੇ ਹੋਰ ਵੀ ਲੱਗੂਗਾ, ਹਜੇ ਪੂਰਾ ਨਹੀਂ ਹੋਇਆ। ਉਹਨੂੰ ਆਪਾਂ ਕਹਿੰਦੇ ਕੈਪੀਟਲ ਵਰਕ ਇਨ ਪ੍ਰੋਗਰੈਸ। ਜਿਸ ਦਿਨ ਇਹ ਸਾਰਾ ਕੰਮ ਪੂਰਾ ਹੋ ਗਿਆ ਉਸ ਦਿਨ ਆਪਾਂ ਨੂੰ ਕਿਹੜੇ ਖਾਤੇ 'ਚ ਪਾ ਦਿਆਂਗੇ? ਗ੍ਰੋਸ ਬਲੌਕ। ਗ੍ਰੋਸ ਬਲੌਕ, ਕਿਉਂਕਿ ਜਦੋਂ ਕੰਮ ਕਿਸੇ ਵੀ ਪਲਾਟ ਦਾ ਨਾ ਜਾਂ ਪਲਾਂਟ ਲਗਾਉਣ ਦਾ ਕੰਮ ਪੂਰਾ ਹੋ ਜਾਂਦਾ ਤਾਂ ਗ੍ਰੋਸ ਬਲੌਕ ਹੈ। ਹਜੇ ਕੋਈ ਪਲਾਂਟ ਲੱਗ ਰਿਹਾ ਹੈਗਾ, ਕੰਮ ਅੱਧਾ ਕੁ ਹੋਇਆ, ਅੱਧਾ ਕੁ ਰਹਿੰਦਾ, ਉਹ ਕੀ ਹੈ? ਫਿਰ ਕੈਪੀਟਲ ਵਰਕ ਇਨ ਪ੍ਰੋਗਰੈਸ। ਇੱਥੋਂ ਤੱਕ ਵੀ ਕਿਸੇ ਦਾ ਕੋਈ ਡਾਊਟ ਹੋਵੇ? ਨਹੀਂ, ਸਭ ਨੂੰ ਸਮਝ ਆ ਰਿਹਾ ਜੀ? ਹਾਂਜੀ ਸਰ ਜਿਹੜੀ ਡੈਪਰੀਸ਼ੀਏਸ਼ਨ ਆ ਇਹ ਫਿਰ ਵਧਣੀ ਚਾਹੀਦੀ ਹੈ ਕਿ ਘਟਣੀ ਚਾਹੀਦੀ ਆ? ਦੇਖੋ ਸਰ, ਜਦੋਂ ਜੇ ਆਪਾਂ ਜ਼ਿਆਦਾ ਮਸ਼ੀਨਾਂ ਲਿਆਉਂਦੇ ਆ, ਹਰ ਸਾਲ ਆਪਾਂ ਮਸ਼ੀਨਾਂ ਨਵੀਆਂ ਲੈ ਕੇ ਆਉਂਦੇ ਆ, ਆਪਾਂ ਹਰ ਸਾਲ ਇੱਕ ਡੀਆਰ ਦੇ ਨਾਲ ਜੋੜਦੇ ਪਏ ਆ, ਤਾਂ ਉਹਦੀ ਡੈਪਰੀਸ਼ੀਏਸ਼ਨ ਵੈਲਿਊ ਫਿਰ ਵੱਧਦੀ ਜਾਏਗੀ। ਕਲੀਅਰ? ਓਕੇ ਸਰ, ਓਕੇ। ਨੈਕਸਟ ਆ ਗਿਆ ਜੀ ਇਨਵੈਸਟਮੈਂਟਸ। ਹੁਣ ਇਨਵੈਸਟਮੈਂਟ ਤਾਂ ਕਾਮਨ ਜੀ ਗੱਲ ਹੈ, ਸਭ ਨੂੰ ਪਤਾ ਹੀ ਹੈ ਕਿ ਇਨਵੈਸਟਮੈਂਟ ਦਾ ਮਤਲਬ ਕੀ ਹੁੰਦਾ, ਠੀਕ ਹੈ। ਆਪਾਂ ਇਨਵੈਸਟ ਕਰਦੇ ਹਾਂ, ਆਪਾਂ ਪੈਸਾ ਇਨਵੈਸਟ ਕਰ ਰਹੇ ਹਾਂ ਤਾਂ ਕਿ ਸਾਨੂੰ ਹੋਰ ਕਿਸੇ ਪਾਸੇ ਵੀ ਇਨਕਮ ਆ ਜਾਵੇ। ਹੁਣ ਬਹੁਤ ਸਾਰੀਆਂ ਕੰਪਨੀਆਂ ਨੇ ਉਹ ਅਲੱਗ-ਅਲੱਗ ਇਨਵੈਸਟਮੈਂਟ ਕਰਦੀਆਂ ਨੇ। ਇੱਕ ਤਾਂ ਦੇਖੋ ਕੰਪਨੀ ਦਾ ਬਿਜ਼ਨਸ ਕੀ ਹੈ, ਪਿਡੀਲਾਈਟ ਦਾ ਬਿਜ਼ਨਸ ਕੀ ਹੈ? ਕੋਈ ਫੈਵੀਕੋਲ ਵੇਚਦੀ ਹੈ। ਹੁਣ ਜਿਹੜਾ ਫੈਵੀਕੋਲ ਵੇਚ ਕੇ ਉਹਨੂੰ ਪੈਸਾ ਆਇਆ, ਉਹ ਜ਼ਰੂਰੀ ਤਾਂ ਨਹੀਂ ਕਿ ਉਹ ਆਪਦੇ ਬੈਂਕ ਅਕਾਊਂਟ 'ਚ ਹੀ ਰੱਖੂਗੀ। ਉਹ ਕੰਪਨੀ ਨੂੰ ਲੱਗਿਆ ਕਿ ਮੈਨੂੰ ਨਾ ਪ੍ਰਾਪਰਟੀ ਕਿਤੇ ਸਹੀ ਜਗ੍ਹਾ ਤੇ ਮਿਲ ਰਹੀ ਹੈ, ਸਸਤੀ ਮਿਲ ਰਹੀ ਹੈ, ਮੈਂ ਹੁਣ ਲੈ ਲੈਣਾ, ਇਸ ਤੋਂ ਬਾਅਦ ਹੋ ਸਕਦਾ ਆਉਣ ਵਾਲੇ 5 ਸਾਲਾਂ 'ਚ ਤਾਂ ਰੇਟ ਵੱਧ ਜੇ, ਤਾਂ ਉਹਨੇ ਇਨਵੈਸਟਮੈਂਟ ਕਰਤੀ। ਹੁਣ ਬਹੁਤ ਸਾਰੀਆਂ ਕੰਪਨੀਆਂ ਇਦਾਂ ਦੀਆਂ ਵੀ ਹੈ ਜਿਹੜੀ ਸ਼ੇਅਰ ਮਾਰਕੀਟ 'ਚ ਵੀ ਇਨਵੈਸਟਮੈਂਟ ਕਰ ਦਿੰਦੀਆਂ ਨੇ। ਤਾਂ ਇੱਥੋਂ ਆਪਾਂ ਨੂੰ ਪਤਾ ਲੱਗਦਾ ਕਿ ਕੰਪਨੀ ਨੇ ਆਪਦਾ ਜਿਹੜਾ ਕਿੰਨਾ ਪੈਸਾ ਉਹ ਇਨਵੈਸਟਮੈਂਟ 'ਚ ਲਗਾ ਰੱਖਿਆ ਤਾਂ ਕਿ ਇੱਥੋਂ ਵੀ ਕੰਪਨੀ ਨੂੰ ਇਨਕਮ ਆ ਸਕੇ। ਕਿਸੇ ਨੇ ਮੇ ਵੀ ਹੋ ਸਕਦਾ ਕਿ ਕੰਪਨੀ ਨੇ ਕ੍ਰਿਪਟੋ ਕੋਇਨਸ ਲੈ ਕੇ ਰੱਖੇ ਹੋਣ, ਇਹ ਵੀ ਪੋਸੀਬਲ ਹੈ। ਬਹੁਤ ਸਾਰੀਆਂ ਕੰਪਨੀਆਂ ਨੇ, ਠੀਕ ਹੈ, ਆਪਾਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਕੰਪਨੀਆਂ ਨੇ ਜਿਨ੍ਹਾਂ ਨੇ ਕ੍ਰਿਪਟੋ ਕੋਇਨਸ 'ਚ ਇਨਵੈਸਟ ਕੀਤਾ ਹੋਇਆ, ਬਹੁਤ ਸਾਰੀਆਂ ਕੰਪਨੀਆਂ ਨੇ ਜਿਨ੍ਹਾਂ ਨੇ ਸਟਾਕ ਮਾਰਕੀਟ 'ਚ ਇਨਵੈਸਟ ਕੀਤਾ ਹੋਇਆ, ਬਹੁਤ ਸਾਰੀਆਂ ਕੰਪਨੀਆਂ ਨੇ ਜਿਹੜੀਆਂ ਰੀਅਲ ਏਸਟੇਟ 'ਚ ਇਨਵੈਸਟ ਕਰਕੇ ਰੱਖ ਲੈਂਦੀਆਂ ਨੇ। ਤਾਂ ਹਰ ਕੰਪਨੀ ਦੀ ਆਪਦੀ ਮੇਨ ਬਿਜ਼ਨਸ ਚੱਲ ਰਿਹਾ ਤਾਂ ਜਿਹੜਾ ਪੈਸਾ ਜ਼ਰੂਰੀ ਨਹੀਂ ਕਿ ਸਾਰਾ ਦਾ ਸਾਰਾ ਪੈਸਾ ਬੈਂਕ 'ਚ ਹੀ ਜਮ੍ਹਾਂ ਕਰਾ ਕੇ ਰੱਖਣਗੇ, ਉਹ ਕੰਪਨੀ ਅਲੱਗ-ਅਲੱਗ ਆਪਦੀ ਇਨਵੈਸਟਮੈਂਟ ਵੀ ਕਰ ਸਕਦੀ ਹੈ। ਤੇ ਆਪਾਂ ਨੂੰ ਕਿੱਥੋਂ ਪਤਾ ਲੱਗਦਾ ਕਿ ਕੰਪਨੀ ਨੇ ਕਿੰਨਾ ਜਿਹੜਾ ਪੈਸਾ ਉਹ ਆਪਦਾ ਇਨਵੈਸਟਮੈਂਟ ਤੇ ਲਗਾ ਰੱਖਿਆ। ਤੇ ਇਨਵੈਸਟਮੈਂਟ ਹਰ ਸਾਲ ਵਧਣੀ ਚਾਹੀਦੀ ਹੈ ਜਾਂ ਘਟਣੀ ਚਾਹੀਦੀ ਹੈ? ਵਧਣੀ ਚਾਹੀਦੀ ਹੈ। ਕੰਪਨੀ ਇਨਵੈਸਟਮੈਂਟ ਕਰ ਰਹੀ ਹੈ, ਹਰ ਸਾਲ ਆਪਾਂ ਨੂੰ ਪਤਾ ਲੱਗ ਰਿਹਾ ਵੀ ਕੰਪਨੀ ਕੋਲ ਐਕਸਟਰਾ ਪੈਸਾ ਹੈ,
ਤੁਹਾਨੂੰ ਪਤਾ ਕੀ ਲੱਗਦਾ ਕਿ ਕੰਪਨੀ ਕੋਲ ਐਕਸਟਰਾ ਪੈਸਾ ਹੈਗਾ, ਉਹ ਹੋਰ ਪਾਸੇ ਵੀ ਇਨਵੈਸਟਮੈਂਟ ਕਰ ਰਹੀ ਹੈ, ਯਾਨੀ ਕਿ ਕੰਪਨੀ ਮਾੜੀ ਨਹੀਂ ਹੈ, ਉਹ ਪੈਸੇ ਵਾਲੀ ਕੰਪਨੀ ਹੈ। ਠੀਕ ਹੈ। ਨੈਕਸਟ ਹੈ ਕਿ ਆਪਣੇ ਕੋਲੇ ਇਨਵੈਂਟਰੀਜ਼। ਇਨਵੈਂਟਰੀ ਦਾ ਮਤਲਬ ਕੀ ਹੁੰਦਾ? ਸਰ ਜਿੱਦਾਂ ਪੇਮੈਂਟਸ ਜਿਹੜੀਆਂ ਚੀਜ਼ਾਂ ਜਿੱਦਾਂ ਇੰਡੈਕਸ ਕੀ ਕੀਤਾ ਆਪਣੇ ਕੋਲ। ਇਨਵੈਂਟਰੀ ਬਾਜੀ ਹੁੰਦਾ ਕਲੋਜ਼ਿੰਗ ਸਟਾਕਸ ਜਿਹਨੂੰ ਆਪਾਂ ਕਹਿੰਦੇ ਆ ਆਪਣਾ। ਇਨਵੈਂਟਰੀ ਦੇ ਵਿੱਚ ਆ ਜਾਂਦਾ ਸਭ ਤੋਂ ਪਹਿਲੀ ਗੱਲ ਰॉ ਮਟੀਰੀਅਲ। ਠੀਕ ਹੈ। ਹੁਣ ਮੰਨ ਲਓ ਮੇਰੀ ਜਿਵੇਂ ਪੀਡੀਲਾਈਟ ਦੀ ਗੱਲ ਕਰਦੇ ਆ, ਫੈਵੀਕੋਲ ਬਣਾਉਂਦੀ ਹੈ, ਹੁਣ ਫੈਵੀਕੋਲ ਦਾ ਰॉ ਮਟੀਰੀਅਲ ਕੋਈ 2-4 ਕੈਮੀਕਲ ਤਾਂ ਹੋਣਗੇ। ਕੰਪਨੀ ਨੂੰ ਕੈਮੀਕਲਸ ਖਰੀਦ ਕੇ ਰੱਖ ਲਏ, ਫਿਰ ਪਲੱਸ ਇੱਕ ਤਾਂ ਰॉ ਮਟੀਰੀਅਲ ਪਲੱਸ ਉਹ ਮਟੀਰੀਅਲ ਜਿਹੜਾ ਮਸ਼ੀਨਾਂ ਦੇ ਵਿੱਚ ਚੱਲ ਰਿਹਾ, ਜਿਹੜਾ ਬਣ ਰਿਹਾ ਹੈਗਾ, ਹਨਾ, ਆਪਾਂ ਉਹ ਦੇਖਿਆ ਰॉ ਮਟੀਰੀਅਲ ਪਲੱਸ ਜਿਹੜਾ ਵਰਕ ਇਨ ਪ੍ਰੋਗਰੈਸ ਹੈ, ਜਿਹੜਾ ਮਸ਼ੀਨਰੀ ਦੇ ਵਿੱਚ ਰॉ ਮਟੀਰੀਅਲ ਹਜੇ ਪ੍ਰਪੇਅਰ ਹੋ ਰਿਹਾ, ਪਲੱਸ ਤੀਜੀ ਚੀਜ਼ ਫਿਨਿਸ਼ ਗੁੱਡਸ, ਜਿਹੜੀਆਂ ਚੀਜ਼ਾਂ ਬਣ ਕੇ ਰੈਡੀ ਹੋ ਚੁੱਕੀਆਂ। ਫੈਵੀਕੋਲ ਬਣ ਚੁੱਕਿਆ, ਡੱਬਿਆਂ 'ਚ ਪੈਕ ਹੋ ਚੁੱਕਿਆ, ਪਰ ਹਜੇ ਕੰਪਨੀ ਕੋਲੇ ਪਿਆ ਹੋ, ਵਿਕਿਆ ਨਹੀਂਗਾ, ਉਹ ਸਾਰਾ ਚੀਜ਼ ਕਾਹਦੇ 'ਚ ਆ ਜਾਂਦੀ ਹੈ? ਇਨਵੈਂਟਰੀ 'ਚ। ਰॉ ਮਟੀਰੀਅਲ ਤੋਂ ਲੈ ਕੇ ਮਸ਼ੀਨਾਂ ਵਿੱਚ ਪਿਆ ਹੋਇਆ ਸਮਾਨ ਪਲੱਸ ਰੈਡੀ ਸਮਾਨ ਜਿਹੜਾ ਉਹ ਸਾਰਾ ਖਾਦਾ ਹੈ ਇਨਵੈਂਟਰੀਜ਼। ਤੇ ਕੰਪਨੀ ਦੀ ਜਿਹੜੀ ਇਨਵੈਂਟਰੀਜ਼ ਹੈ ਉਹ ਹਰ ਸਾਲ ਵਧਣੀਆਂ ਚਾਹੀਦੀਆਂ ਜਾਂ ਘਟਣੀਆਂ ਚਾਹੀਦੀਆਂ? ਵਧਣੀ ਚਾਹੀਦੀ ਸਰ। ਕੰਪਨੀ ਦੀ ਇਨਵੈਂਟਰੀਜ਼ ਹਮੇਸ਼ਾ ਵਧਣੀ ਚਾਹੀਦੀ ਹੈ। ਫਿਰ ਆ ਗਿਆ ਜੀ ਸੈਂਡਰੀ ਡੈਟਰਸ। ਹੁਣ ਡੈਟਰ ਭਾਜੀ ਇਹ ਘਟਣੀਆਂ ਨਹੀਂ ਚਾਹੀਦੀਆਂ? ਸਰ ਦੇਖੋ, ਮੰਨ ਲਓ ਜੀ ਮੇਰੀ ਬਿਸਕਿਟ ਬਣਾਉਣ ਦੀ ਕੰਪਨੀ ਹੈ, ਠੀਕ ਹੈ। ਹੁਣ ਮੈਨੂੰ ਪਹਿਲੇ ਸਾਲ ਆਰਡਰ ਆਇਆ ਕਿ ਸਰ ਤੁਸੀਂ 100 ਬਿਸਕੁਟ ਦੇ ਪੈਕੇਟ ਬਣਾਉਣੇ ਆ ਜੀ, ਤੁਸੀਂ ਸਾਨੂੰ, ਆਪਾਂ ਆਰਡਰ ਲੈ ਲਿਆ, 100 ਬਿਸਕੁਟ ਦੇ ਪੈਕੇਟ ਬਣਾਤੇ। ਅਗਲੇ ਸਾਲ ਮੈਨੂੰ ਆਰਡਰ ਆਇਆ ਕਿ ਤੁਸੀਂ 80 ਬਣਾਉਣੇ ਆ, ਤਾਂ ਮੇਰਾ ਰॉ ਮਟੀਰੀਅਲ ਘਟੂਗਾ ਕਿ ਵਧੂਗਾ? ਵਧੇਗਾ। रॉ मटेरियल ਵਧੇਗਾ ਸਰ ਕਿੱਦਾਂ ਜੀ? ਪਹਿਲੇ ਸਾਲ ਮੈਂ 100 ਬਿਸਕੁਟ ਦੇ ਪੈਕੇਟ ਬਣਾਏ, ਦੂਜੇ ਸਾਲ ਮੈਨੂੰ ਆਲਰੇਡੀ 80 ਬਿਸਕੁਟ ਦੇ ਪੈਕੇਟ ਦਾ ਆਇਆ। ਨਹੀਂ, ਜਿਹੜਾ ਰॉ ਮਟੀਰੀਅਲ ਹੈ ਉਹ ਸੇਲ ਕਿੰਨਾ ਹੋਇਆ ਆਪਾਂ ਇਹ ਵੀ ਤਾਂ ਦੇਖਾਂਗੇ। ਮੇਰੇ ਤਾਂ ਉਸ ਹਿਸਾਬ ਨਾਲ ਸੀਗਾ ਕਿ ਜਿਵੇਂ 100 ਬਿਸਕੁਟ ਦਾ ਪੈਕੇਟ ਆ ਗਿਆ ਆਪਣੇ ਕੋਲ, ਜੇ 100 ਦੇ 100 ਆਪਾਂ ਵੇਚਤੇ ਫਿਰ ਤਾਂ ਠੀਕ ਹੈ, ਜੇ ਵੱਧ ਰਿਹਾ ਦੈਟ ਮੀਨਸ ਕਲੋਜ਼ਿੰਗ ਸਟਾਕ ਆਪਣੇ ਕੋਲ ਪਿਆ ਹੈ, ਆਪਾਂ ਇਦਾਂ ਨਹੀਂ ਦੇਖਾਂਗੇ। ਨਹੀਂ ਆਬਵੀਅਸ, ਬਿਲਕੁਲ ਸਹੀ ਗੱਲ ਹੈ, ਆਪਾਂ ਇਦਾਂ ਹੀ ਚੈੱਕ ਕਰਦੇ ਹਾਂ। ਪਰ ਆਪਾਂ ਇੱਕ ਬਹੁਤ ਵੱਡੇ ਲੈਵਲ ਤੇ ਆ ਕੇ ਕੰਪਨੀਆਂ ਨੂੰ ਦੇਖਦੇ ਆ, ਹਜੇ ਆਪਾਂ ਕੀ ਦੇਖਿਆ ਕਿ ਕੰਪਨੀ ਕੋਲ ਇੰਨੀ ਇਨਵੈਸਟਮੈਂਟ ਪਈ, ਇੰਨੀ ਇਹਦੀ ਇਨਵੈਂਟਰੀਜ਼ ਪਈ ਹੈ, ਫਿਰ ਆਪਾਂ ਜੇ ਪ੍ਰੋਫਿਟ ਲਾਸ ਦੇਖਾਂਗੇ ਅੱਗੇ ਜਾ ਕੇ ਕਿ ਕੰਪਨੀ ਕੋਲੇ ਜਿਹੜਾ ਕੰਪਨੀ ਨੂੰ ਸੇਲ ਕਰਕੇ ਪ੍ਰੋਫਿਟ ਹੋਇਆ ਉਹ ਕਿੰਨਾ ਹੋਇਆ। ਠੀਕ ਹੈ। ਠੀਕ ਹੈ। ਜੇ ਆਪਾਂ ਇਦਾਂ ਦੇਖਦੇ ਹਾਂ ਕਿ ਕੰਪਨੀ ਕੋਲੇ ਮੰਨ ਲਓ ਆਪਾਂ ਕਹਿੰਦੇ ਜੀ ਇਨਵੈਂਟਰੀਜ਼ ਹਰ ਸਾਲ ਵੱਧ ਰਹੀਆਂ, ਪਰ ਉਹਦਾ ਸੇਲ ਤਾਂ ਵੱਧ ਨਹੀਂ ਰਹੀ, ਯਾਨੀ ਕਿ ਕੰਪਨੀ ਆਪਣੀ ਇਨਵੈਂਟਰੀ ਖਰਾਬ ਕਰ ਰਹੀ ਹੈ। ਠੀਕ ਹੈ। ਪਰ ਜੇ ਆਪਾਂ ਦੂਜੇ ਪਾਸੇ ਦੇਖਾਂਗੇ, ਜਦੋਂ ਆਪਾਂ ਪ੍ਰੋਫਿਟ ਐਂਡ ਲਾਸ ਸਟੇਟਮੈਂਟ ਪੜਾਂਗੇ, ਉਹਦੇ 'ਚ ਆਪਾਂ ਦੇਖਾਂਗੇ ਕੰਪਨੀ ਹਰ ਸਾਲ ਸੇਲ ਵੱਧ ਰਹੀ ਹੈ, ਸੇਲ ਵੀ ਵੱਧ ਰਹੀ ਹੈ, ਤਾਂ ਆਬਵੀਅਸ ਜੀ ਗੱਲ ਹੈ ਇਨਵੈਂਟਰੀ ਵੀ ਵੱਧ ਰਹੀ ਹੈ, ਤਾਂ ਫਿਰ ਉਸ ਦੇ ਅਕੋਰਡਿੰਗ ਦਾ ਵਧਣਾ ਚੰਗੀ ਗੱਲ ਹੋਗੀ। ਠੀਕ ਹੈ, ਠੀਕ ਹੈ। ਫਿਰ ਆ ਗਿਆ ਆਪਣੇ ਕੋਲੇ ਸੈਂਡਰੀ ਡੈਟਰਸ। ਹੁਣ ਦੇਖੋ ਡੈਟ ਕੀ ਸੀ? ਕਰਜ਼ਾ। ਸੈਂਡਰੀ ਡੈਟਰ ਦਾ ਮਤਲਬ ਕੀ ਹੁੰਦਾ? ਜਿਨ੍ਹਾਂ ਨੂੰ ਆਪਾਂ ਕ੍ਰੈਡਿਟ ਦੇ ਗੁੱਡ ਦੇ ਦਿੰਦੇ ਹਾਂ। ਹਾਂ ਬਿਲਕੁਲ, ਕਿ ਹਜੇ ਇਹ ਵਾਲਾ ਪੈਸਾ ਕੰਪਨੀ ਦੇ ਕੋਲੇ ਆਉਣਾ ਬਾਕੀ ਹੈ, ਕਿ ਕੰਪਨੀ ਨੇ ਮਾਲ ਤਾਂ ਆਪਦਾ ਵੇਚਤਾ। ਠੀਕ ਹੈ। ਕੰਪਨੀ ਨੇ ਮਾਲ ਆਪਦਾ ਵੇਚ ਚੁੱਕੀ ਹੈ। ਕਈ ਵਾਰ ਆਪਾਂ ਦੇਖਦੇ ਨਾ ਕਿ ਜਿਵੇਂ ਆਪਾਂ ਮੰਨ ਲਓ ਕਰਿਆਨੇ ਦੀ ਸ਼ਾਪ ਤੋਂ ਆਪਾਂ ਹੀ ਕਰਦੇ ਆ, ਆਪਾਂ ਕਹਿੰਦੇ ਯਾਰ ਤੂੰ ਮਹੀਨੇ ਦੀ ਮਹੀਨੇ ਹਿਸਾਬ ਕਰ ਲਿਆ ਕਰ, ਸਮਾਨ ਦੇ ਚੱਲਿਆ ਕਰ ਸਾਨੂੰ। ਆਪਾਂ ਸਮਾਨ ਹੌਲੀ ਹੌਲੀ ਲੈ ਗਏ, ਪਹਿਲੇ ਮਹੀਨੇ ਲੈ ਲਿਆ, ਦੂਜੇ ਮਹੀਨੇ ਲੈ ਲਿਆ, ਜਾਂ ਪਹਿਲੇ ਹਫਤੇ ਦੂਜੇ ਹਫਤੇ ਕੁਛ ਕਰ ਲਿਆ, ਮਹੀਨੇ ਦੇ ਐਂਡ ਤੇ ਜਾਂ ਸਾਲ ਦੇ ਐਂਡ ਤੇ ਆਪਾਂ ਹਿਸਾਬ ਕਰਦੇ ਹਾਂ। ਤਾਂ ਇਹਦਾ ਮਤਲਬ ਹੋਇਆ ਕਿ ਕੰਪਨੀ ਨੇ ਇੰਨੇ ਦਾ ਸਮਾਨ ਆਲਰੇਡੀ ਵੇਚ ਚੁੱਕੀ ਹੈ, ਬਟ ਹਜੇ ਉਹਦੇ ਕੋਲ ਪੈਸਾ ਆਉਣਾ ਬਾਕੀ ਹੈ। ਠੀਕ ਹੈ। ਹਾਂਜੀ। ਨੈਕਸਟ ਹੈ ਜੀ ਆਪਣੇ ਕੋਲੇ ਕੈਸ਼ ਐਂਡ ਬੈਂਕ ਬੈਲੈਂਸ, ਕਿ ਕੰਪਨੀ ਕੋਲੇ ਕੈਸ਼ ਕਿੰਨਾ ਹੈ ਤੇ ਬੈਂਕ ਬੈਲੈਂਸ ਕਿੰਨਾ ਹੈ। ਹੁਣ ਇਹ ਹਰ ਸਾਲ ਵਧਣਾ ਚਾਹੀਦਾ ਕਿ ਘਟਣਾ ਚਾਹੀਦਾ? ਵਧਣਾ ਚਾਹੀਦਾ। ਬੈਂਕ 'ਚ ਤਾਂ ਪੈਸੇ ਹਰ ਸਾਲ ਵਧਣੇ ਚਾਹੀਦੇ, ਆਪਣੀ ਜੇਬ 'ਚ ਹਮੇਸ਼ਾ ਵਧਣਾ ਚਾਹੀਦਾ। ਠੀਕ ਹੈ। ਅੱਜ ਆਪਾਂ 50 ਰੁਪਏ ਰੱਖਦੇ ਸੀ, ਕੱਲ ਨੂੰ ਆਪਾਂ 100 ਰੁਪਏ ਰੱਖਣ ਲੱਗ ਗਏ, ਫਿਰ 200 ਹੋ ਗਿਆ, 2000 ਹੋ ਗਿਆ। ਠੀਕ ਉਸੇ ਤਰ੍ਹਾਂ ਬੈਂਕ 'ਚ ਜੇ ਆਪਾਂ ਨੂੰ ਲੱਗਿਆ ਵੀ 2000 ਹੁਣ ਬਾਹਲਾ ਹੋ ਗਿਆ, ਪਰ ਉਹਦੇ 'ਚ ਪੈਂਦਾ ਨਹੀਂ, ਆਪਾਂ ਨੂੰ ਬੈਂਕ 'ਚ ਜਮ੍ਹਾਂ ਕਰਾ ਜਾਂਦੇ ਹਾਂ। ਤੇ ਚਾਹੇ ਬੈਂਕ ਵਾਲਾ ਮਾਲ ਬਣ ਜੇ, ਚਾਹੇ ਆਪਣੀ ਬੜੂਏ ਵਾਲਾ ਮਾਲ ਬਣ ਜੇ, ਵਧਣਾ ਚਾਹੀਦਾ, ਘਟਣਾ ਨਹੀਂ ਚਾਹੀਦਾ। ਹੁਣ ਇੱਥੇ ਦੇਖੋ ਇੱਕ ਚੀਜ਼ ਦੇਖੋ, ਇਹਨਾਂ ਦਾ 2020 ਦੇ ਵਿੱਚ ਜਿਹੜਾ ਕੈਸ਼ ਐਂਡ ਬੈਂਕ ਬੈਲੈਂਸ ਸੀ ਉਹ 568 ਕਰੋੜ ਸੀ, 21 ਦੇ ਵਿੱਚ ਘਟ ਕੇ 112 ਰਹਿ ਗਿਆ। ਪਰ ਜੇ ਆਪਾਂ ਪਿੱਛੋਂ ਦੇਖਦੇ ਹਾਂ 17 ਦੇ ਵਿੱਚ ਕੀ ਸੀ? 50 ਕਰੋੜ, 18 ਦੇ ਵਿੱਚ 77 ਕਰੋੜ, 19 ਦੇ ਵਿੱਚ 117 ਕਰੋੜ, 20 ਚ ਆ ਕੇ 568 ਕਰੋੜ ਹੋਇਆ, ਪਰ ਫਿਰ ਇੱਕੋ ਦਮ ਇੰਨਾ ਘਟ ਗਿਆ, ਕਿਉਂ? ਕੋਈ ਜਾਂ ਤਾਂ ਕੋਈ ਡੈਟ ਪੇ, ਕੋਈ ਲੋਨ ਉਤਾਰਿਆ ਹੋਏਗਾ, ਜਾਂ ਫਿਰ ਕੋਈ ਐਸੈਟ ਪਰਚੇਜ਼ ਕੀਤਾ ਹੋਏਗਾ।
ਤੇ 2020 ਦੇ ਵਿੱਚ ਕਰੋਨਾ ਵੀ ਆਇਆ ਸੀ, ਠੀਕ ਹੈ ਜੀ। ਇਹ ਵੀ ਹੋ ਸਕਦਾ ਹੈ ਹਾਂ, ਸੇਲ ਨਾ ਹੋਈ ਹੋਵੇ, ਬਿਲਕੁਲ ਠੀਕ ਹੈ। ਤਾਂ ਆਪਾਂ ਕਈ ਵਾਰੀ ਇਦਾਂ ਹੁੰਦਾ, ਆਪਾਂ ਦੇਖਦੇ ਆ ਕਿ ਪਿੱਛੇ ਤੋਂ ਕੰਪਨੀ ਵਧੀਆ ਪ੍ਰੋਫਿਟ ਕਰਦੀ ਆ ਰਹੀ ਹੈ, ਪਰ ਇੱਕ ਸਾਲ ਆ ਕੇ ਕੁਝ ਇਹੋ ਜਿਹਾ ਹੋ ਜਾਂਦਾ ਹੈ ਕਿ ਆਪਾਂ ਕਹਿੰਦੇ ਜੀ ਇੱਕ ਸਾਲ ਚ ਇੰਨਾ ਨੈਗੇਟਿਵ ਹੋ ਗਿਆ, ਤਾਂ ਇਹਦਾ ਮਤਲਬ ਇਹ ਨਹੀਂ ਕਿ ਕੰਪਨੀ ਨੈਗੇਟਿਵ ਹੀ ਹੋਗੀ। ਆਪਾਂ ਦੇਖ ਰਹੇ ਹਾਂ ਕੰਪਨੀ ਦੀਆਂ ਬਾਕੀ ਸਾਰੀਆਂ ਚੀਜ਼ਾਂ ਓਕੇ ਜਾ ਰਹੀਆਂ ਸੀਗੀਆਂ, ਹਰ ਸਾਲ ਪ੍ਰੋਫਿਟ ਚ ਚੱਲ ਰਹੀ ਸੀ ਕੰਪਨੀ। ਬਟ ਸਾਨੂੰ ਆਪਾਂ ਨੂੰ ਪਤਾ ਕਿ ਜਦੋਂ ਤੁਸੀਂ ਮੋਸਟਲੀ ਜਿੰਨੀਆਂ ਵੀ ਕੰਪਨੀ ਦੀਆਂ ਬੈਲੈਂਸ ਸ਼ੀਟਸ ਪੜ੍ਹੋਗੇ ਨਾ, ਤੁਸੀਂ ਦੇਖੋਗੇ ਕਿ 2020-21 ਦੇ ਵਿੱਚ ਉਹਨਾਂ 'ਚ ਕੁਝ ਨਾ ਕੁਝ ਗੜਬੜ ਹੋਏਗੀ। ਗੜਬੜ ਕੀ ਕਿ ਪਿੱਛੋਂ ਪ੍ਰੋਫਿਟ ਪ੍ਰੋਪਰ ਆ ਰਿਹਾ ਸੀ, 20 ਚ ਆ ਕੇ ਪ੍ਰੋਫਿਟ ਨਹੀਂ ਸ਼ੋ ਹੋਇਆ ਉਹਨਾਂ ਨੂੰ। ਕਿਉਂ? ਕਿਉਂਕਿ ਆਪਾਂ ਸਭ ਨੂੰ ਪਤਾ ਕਿ ਕਰੋਨਾ ਆਇਆ ਹੋਇਆ ਸੀ। ਕਰੋਨਾ 'ਚ ਫੈਵੀਕੋਲ ਦੀ ਕਿੰਨੀ ਕੁ ਲਾਗਤ ਲੱਗੀ ਹੋਏਗੀ? ਨਹੀਂ। ਠੀਕ ਹੈ, ਤੇ ਇਸ ਕਰਕੇ ਆਪਾਂ ਇੱਕੋ ਇੱਕ ਪੁਆਇੰਟ ਨੂੰ ਲੈ ਕੇ ਨਹੀਂ ਬਹਿ ਜਾਣਾ ਤੇ ਨਹੀਂ ਸਾਰੇ ਦਾ ਹੀ 568 ਤੋਂ ਸਿੱਧਾ 112 ਤੇ ਆ ਗਏ ਤਾਂ ਮਾੜਾ ਹੋ ਗਿਆ। ਆਪਾਂ ਬਾਕੀ ਸਭ ਚੀਜ਼ਾਂ ਦੇਖ ਰਹੇ ਹਾਂ, ਬਾਕੀ ਸਭ ਚੀਜ਼ਾਂ ਵੱਧ ਰਹੀਆਂ, ਕੰਪਨੀਆਂ ਦੀ ਇਨਵੈਸਟਮੈਂਟ ਜ਼ਿਆਦਾ ਕਰ ਰਹੀ ਹੈ, ਠੀਕ ਹੈ, ਕੰਪਨੀ ਦਾ ਰॉ ਮਟੀਰੀਅਲ ਵੱਧ ਰਿਹਾ ਹੈਗਾ, ਇਨਵੈਂਟਰੀਜ਼ ਵੱਧ ਰਹੀਆਂ ਹੈਗੀਆਂ, ਤਾਂ ਕੋਈ ਗੱਲ ਨਹੀਂ, ਇੱਕ ਤਾਂ ਪੁਆਇੰਟ ਨੈਗੇਟਿਵ ਹੈ, ਪਰ ਆਪਾਂ ਉਹਦੇ ਪਿੱਛੇ ਕਾਰਨ ਜਾਣ ਲਾਂਗੇ ਨਾ ਕਿ ਨੈਗੇਟਿਵ ਕਿਉਂ ਹੋਇਆ। ਜੇ ਉਹ ਕਾਰਨ ਜਸਟੀਫਾਈ ਕਰਦਾ ਹੈ ਕਿ ਹਾਂਜੀ ਆਪਾਂ ਨੂੰ ਪਤਾ ਲੱਗ ਗਿਆ ਕਰੋਨਾ ਆ ਗਿਆ, ਤੁਸੀਂ ਕਹਿੰਦਾ ਠੀਕ ਹੈ ਸਰ, ਹੋ ਸਕਦਾ ਕੰਪਨੀ ਨੇ ਕੋਈ ਇਨਵੈਸਟਮੈਂਟ ਕਰਤੀ ਹੋਵੇ, ਉਹ ਵੀ ਗੱਲ ਸਹੀ ਹੈ। ਹੋ ਸਕਦਾ ਕੰਪਨੀ ਨੇ ਆਪਣੀ ਬੈਂਕ ਬੈਲੈਂਸ ਚੋਂ ਕੁਝ ਪੈਸਾ ਕਢਾ ਕੇ ਆਪਦਾ ਡੈਟ ਉਤਾਰਤਾ ਹੋਵੇ, ਉਹ ਵੀ ਗੱਲ ਸਹੀ ਹੈ। ਠੀਕ, ਚਲੋ ਨੈਕਸਟ ਆ ਆਪਣੇ ਕੋਲੇ ਟੋਟਲ ਕਰੰਟ ਐਸੈਟਸ। ਪਹਿਲਾਂ ਤਾਂ ਮੈਨੂੰ ਦੱਸੋ ਐਸੈਟਸ ਕੀ ਹੁੰਦੇ ਆ? ਕਰੰਟ ਐਸੈਟਸ ਆਪਾਂ ਬਾਅਦ ਚ ਪੜ੍ਹਦੇ ਹਾਂ। ਐਸੈਟ ਆਪਾਂ ਸਟਾਰਟਿੰਗ ਚ ਕੀਤਾ ਸੀ, ਐਸੈਟ ਕਿਹਨੂੰ ਕਹਿੰਦੇ ਆ? ਜਿਹੜੀ ਮਤਲਬ ਆਪਣੀ ਚੀਜ਼ ਹੁੰਦੀ ਆ ਉਹਨੂੰ ਐਸੈਟ ਕਹਿੰਦੇ ਨੇ, ਜਿਹੜੇ ਆਪਾਂ ਨੂੰ ਮਤਲਬ ਅੱਗੇ ਕੋਈ ਨਾ ਕੋਈ ਉਹਦੇ ਤੇ ਜਿਹੜੀ ਚੀਜ਼ ਆਪਾਂ ਨੂੰ ਕੁਝ ਕਮਾ ਕੇ ਦਿੰਦੀ ਹੈ, ਕਮਾ ਕੇ ਦਿੰਦੀ ਹੈ। ਹਾਂ, ਠੀਕ ਹੈ। ਹੁਣ ਆਪਣੀ ਲਾਇਬਿਲਿਟੀ ਵਾਲੀ ਚੀਜ਼ ਵੀ ਆਪਣੀ ਹੁੰਦੀ ਹੈ, ਮਤਲਬ ਮੈਂ ਕਾਰ ਖਰੀਦ ਲਈ, ਉਹ ਮੇਰਾ ਖਰਚਾ ਕਰਵਾ ਰਹੀ ਹੈ, ਉਹ ਮੇਰੀ ਲਾਇਬਿਲਿਟੀ ਹੈ ਤਾਂ ਮੇਰੀ ਕਾਰ, ਪਰ ਉਹ 'ਚ ਪੈਟਰੋਲ ਦਾ ਖਰਚਾ ਵੀ ਹੁੰਦਾ, ਉਹਦਾ ਉਹ ਦੂਜਾ ਖਰਚਾ ਵੀ ਹੈ, ਉਹਦਾ ਪੋਲਿਊਸ਼ਨ ਵੀ ਕਰਵਾਉਣਾ ਪੈਂਦਾ, ਉਹਦਾ ਬੀਮਾ ਵੀ ਕਰਵਾਉਣਾ ਪੈਂਦਾ। ਪਰ ਜੇ ਮੈਂ ਉਸੇ ਕਾਰ ਨੂੰ ਖਰੀਦ ਕੇ ਐਜ਼ ਅ ਟੈਕਸੀ ਚਲਾਉਣਾ ਸ਼ੁਰੂ ਕਰ ਦਿਆਂ ਤਾਂ ਉਹੀ ਕਾਰ ਮੇਰੀ ਹੈ, ਪਰ ਮੈਨੂੰ ਉਹ ਕਮਾ ਕੇ ਦੇ ਰਹੀ ਹੈ, ਤਾਂ ਮੇਰਾ ਐਸੈਟ ਬਣ ਗਈ। ਤਾਂ ਕੋਈ ਵੀ ਚੀਜ਼ ਜਿਹੜੀ ਤੁਹਾਨੂੰ ਪੈਸਾ ਕਮਾ ਕੇ ਦੇ ਰਹੀ ਹੈ, ਉਹਨੂੰ ਆਪਾਂ ਕੀ ਕਹਿੰਦੇ ਹਾਂ? ਐਸੈਟ। ਤੇ ਕਰੰਟ ਐਸੈਟ, ਕਰੰਟ ਐਸੈਟ ਦਾ ਮਤਲਬ ਹੁੰਦਾ ਕਿ ਉਸ ਸਾਲ ਦੇ ਐਸੈਟਸ ਜਿਹੜੇ ਕੰਪਨੀ ਨੂੰ ਪੈਸਾ ਕਮਾ ਕੇ ਦੇ ਰਹੇ ਆ, ਉਸ ਸਾਲ ਦੇ ਕਿੰਨਾ। ਹੁਣ ਇਹ ਚੀਜ਼ ਧਿਆਨ ਨਾਲ ਸਮਝੋ ਜੋ, ਮੰਨ ਲਓ ਮੇਰੇ ਕੋਲੇ 2 ਕਾਰਾਂ ਨੇ, ਮੇਰਾ ਬਿਜ਼ਨਸ ਹੈ ਟੂਰ ਐਂਡ ਟਰੈਵਲ ਦਾ, ਮੇਰੇ ਕੋਲ 2 ਕਾਰਾਂ ਨੇ, ਹੁਣ ਦੋਵੇਂ ਕਾਰਾਂ ਮੇਰੀਆਂ ਐਸੈਟਸ ਨੇ। ਪਰ ਮੈਂ ਕੀ ਕੀਤਾ, ਕਰੋਨਾ ਆ ਗਿਆ ਤਾਂ ਮੈਨੂੰ ਪਤਾ ਵੀ ਹੁਣ ਇੰਨਾ ਤਾਂ ਆਵਾਜਾਈ ਹੈ ਨਹੀਂ ਗੀ, ਮੈਂ ਇੱਕ ਕਾਰ ਨੂੰ ਆਪਣੀ ਗੈਰਾਜ 'ਚ ਖੜਾ ਕਰਤਾ, ਸਿਰਫ ਇੱਕੋ ਕਾਰ ਨਾਲ ਮੈਂ ਤਾਂ ਕੰਮ ਚਲਾ ਰਿਹਾ। ਤਾਂ ਜਿਹੜੇ ਮੇਰੇ ਕਰੰਟ ਐਸੈਟਸ ਹੈ, ਉਹ ਦੋਨੋਂ ਕਾਰਾਂ ਮੰਨੀਆਂ ਜਾਣਗੀਆਂ ਕਿ ਇੱਕ ਕਾਰ ਮੰਨੀ ਜਾਏਗੀ? ਇੱਕ, ਕਿਉਂਕਿ ਇੱਕ ਤਾਂ ਖੜੀ ਹੈ ਨਾ, ਐਸੈਟ ਤਾਂ ਹੈ ਪਰ ਮੈਨੂੰ ਕਮਾ ਕੇ ਤਾਂ ਨਹੀਂ ਦੇ ਰਹੀ। ਕਰੰਟ ਐਸੈਟ ਦਾ ਮਤਲਬ ਹੈ ਕਿ ਉਸ ਸਾਲ ਦੇ ਵਿੱਚ ਕਿਹੜੇ ਕਿਹੜੇ ਐਸੈਟ ਹੈ ਜਿਨ੍ਹਾਂ ਤੋਂ ਕੰਪਨੀ ਨੂੰ ਕਮਾਈ ਹੋਈ, ਉਹ ਕਿੰਨੇ ਦੇ ਐਸੈਟਸ ਹੈ, ਉਹ ਆਪਾਂ ਦੇਖਿਆ ਕਿ ਕਰੰਟ ਐਸੈਟਸ ਆਪਣੇ 2087 ਕਰੋੜ ਦੇ ਹੈ। ਠੀਕ ਹੈ, ਇਹ ਗੱਲ ਸਮਝ ਆ ਗਈ? ਹਾਂਜੀ। ਟੋਟਲ ਐਸੈਟ ਕੰਪਨੀ ਦੇ ਬਹੁਤ ਸਾਰੇ ਹੋ ਸਕਦੇ ਆ, ਪਰ ਉਹ ਕਮਾ ਕਿੰਨੇ ਤੋਂ? ਮੰਨ ਲਓ ਕੰਪਨੀ ਦੇ 5 ਪਲਾਂਟ ਲੱਗੇ ਹੋਏ ਆ, ਕਈ ਵਾਰੀ ਆਪਾਂ ਦੇਖਦੇ ਆ ਕਿ ਕੰਪਨੀ ਦਾ ਆਹ ਪਲਾਂਟ ਅਸੀਂ ਬੰਦ ਕਰਤਾ ਜੀ, ਸਾਨੂੰ ਨਹੀਂ ਸੀ ਜ਼ਰੂਰਤ, ਐਸੈਟ ਤਾਂ ਹੈ ਪਰ ਉਹ ਪਲਾਂਟ ਤਾਂ ਬੰਦ ਪਿਆ ਨਾ, ਕਰੰਟ ਤਾਂ ਨਹੀਂ ਨਾ ਉਹ। ਕਰੰਟ ਦਾ ਮਤਲਬ ਜਿੱਥੋਂ ਆਪਾਂ ਪੈਸਾ ਕਮਾ ਰਹੇ ਹਾਂ। ਨੈਕਸਟ ਆ ਗਿਆ ਜੀ ਆਪਣੇ ਕੋਲੇ ਲੋਨ ਐਂਡ ਐਡਵਾਂਸਸ। ਤਾਂ ਲੋਨ ਐਂਡ ਐਡਵਾਂਸਸ ਕੀ ਚੀਜ਼ ਹੁੰਦੀ ਹੈ? ਸਰ, ਜਿਹੜਾ ਕੰਪਨੀ ਨੇ ਅੱਗੇ ਕਿਸੇ ਨੂੰ ਲੋਨ ਜਾਂ ਐਡਵਾਂਸ ਦਿੱਤਾ ਹੋਵੇ, ਇਹ ਵੀ ਇੱਕ ਤਰੀਕੇ ਦੀ ਸ਼ਾਰਟ ਟਰਮ ਇਨਵੈਸਟਮੈਂਟ ਹੁੰਦੀ ਹੈ। ਇਨਵੈਸਟਮੈਂਟ ਵੀ ਹੋ ਸਕਦੀ ਹੈ, ਜਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਕੰਪਨੀ ਦੇ ਕੋਲੇ ਜੋ ਅਮਾਉਂਟ ਐਡਵਾਂਸ ਦੇ ਵਿੱਚ ਆਈ ਹੋਵੇ, ਜਿਵੇਂ ਆਪਾਂ ਸੈਕਟਰ ਕੀ ਸੀ ਕਿ ਕੰਪਨੀ ਨੇ ਕੀ ਕੀਤਾ, ਸਮਾਨ ਚੁਕਾਤਾ ਪਰ ਪੈਸਾ ਨਹੀਂ ਹਜੇ ਆਇਆ, ਆ ਜਾਊਗਾ। ਸੈਕਿੰਡ, ਕਈ ਵਾਰੀ ਇਹ ਵੀ ਹੁੰਦਾ ਹੈ ਕਿ ਕੋਈ ਬੰਦਾ ਆਇਆ, ਉਹ ਕੰਪਨੀ ਨੂੰ ਪਹਿਲਾਂ ਉਹਨੇ ਮੰਨ ਲਓ 2 ਕਰੋੜ ਰੁਪਏ ਦੇਤਾ ਵੀ ਆ ਲਓ ਸਰ 2 ਕਰੋੜ ਰੁਪਏ ਜੀ, ਤੇ ਮੈਂ ਤੁਹਾਡੇ ਤੋਂ ਸਮਾਨ ਲੈਂਦਾ ਰਹੂੰਗਾ। ਠੀਕ ਹੈ, ਤਾਂ ਉਹ ਅਮਾਉਂਟ ਜਿਹੜੀ ਕੰਪਨੀ ਕੋਲੇ ਆਲਰੇਡੀ ਆ ਚੁੱਕੀ ਹੈ, ਪਰ ਉਹਦੇ ਬਦਲੇ ਹਜੇ ਉਹਨੇ ਕੋਈ ਸਮਾਨ ਨਹੀਂ ਦਿੱਤਾ, ਉਹਨੂੰ ਆਪਾਂ ਕੀ ਕਹਿੰਦੇ ਆ? ਲੋਨਸ ਐਂਡ ਐਡਵਾਂਸਸ। ਕਲੀਅਰ ਹੈ? ਹਾਂਜੀ। ਵੀ ਬਾਕੀਆਂ ਨੂੰ ਸਮਝ ਆ ਰਿਹਾ ਸਾਰਿਆਂ ਨੂੰ? ਹਾਂਜੀ ਯੈਸ ਸਰ। ਜੀ ਹਾਂਜੀ ਸਰ, ਹਾਂਜੀ ਪਿਛਲਾ ਕਰੋ, ਬੈਠੇ ਨਾ ਰਿਹਾ ਕਰੋ। ਹਾਂਜੀ ਹਾਂਜੀ। ਓਕੇ, ਇਹ ਵੀਰ ਜੀ ਨੇ ਸਿਰਫ ਵੈਲਿਡ ਕੁਐਸਚਨ ਪੁੱਛਦੇ ਨੇ, ਉਹਨਾਂ ਸਭ ਦੇ ਕਰ ਦਿੰਦਾ ਜੀ। ਚਲੋ ਗੁੱਡ। ਓਕੇ, ਹਾਂਜੀ ਹੁਣ ਨੈਕਸਟ ਆਪਣੇ ਕੋਲ ਆ ਗਿਆ ਟੋਟਲ ਸੀਏ ਲੋਨਸ ਐਂਡ ਐਡਵਾਂਸਸ। ਠੀਕ ਹੈ, ਯਾਨੀ ਟੋਟਲ ਕਰੰਟ ਐਸੈਟਸ ਪਲੱਸ ਉਹਦੇ ਚ ਆਪਾਂ ਲੋਨਸ ਐਂਡ ਐਡਵਾਂਸਸ ਐਡ ਕਰਤਾ। ਦੇਖੋ
ਜਿਹੜੇ ਆਪਣੇ ਕੋਲੇ ਟੋਟਲ ਕਰੰਟ ਐਸੈਟਸ ਹੈ 2085, ਠੀਕ ਹੈ, प्लस लोन्स एंड एडवांसेस 350 जो और ऐड करते तो टोटल अपना कितना बन गया 2437 बन गया। ओके, नेक्स्ट आ गया करंट लायबिलिटीज। हम लायबिलिटीज की सी खर्चे, करंट का मतलब उस साल दे, जिथे भी वर्ड करंट लग गया करंट का मतलब उस साल दा, ठीक है। तो करंट एसेट्स आप पहला पढ़े, करंट लायबिलिटीज जे आप कमा रहे हैं तो अपनी लायबिलिटीज भी है, कुछ ना कुछ पैसे देने भी आप किसी ने, ठीक। ਤਾਂ ਉਸ ਸਾਲ ਦੇ ਜਿਹੜੇ ਕੰਪਨੀ ਦੇ ਖਰਚੇ ਸੀ ਕਰੰਟ ਲਾਇਬਿਲਿਟੀਜ਼ 1945 ਕਰੋੜ ਸੀ। ਅਗੇਨ ਆਪਾਂ ਫਿਰ ਇੱਥੇ ਗੱਲ ਕੀਤੀ ਸੀ ਵੀ ਖਰਚੇ ਹਰ ਸਾਲ ਵਧਣੇ ਚਾਹੀਦੇ ਆ ਜਾਂ ਘਟਣੇ ਚਾਹੀਦੇ ਆ। ਆਪਾਂ ਸਿਰਫ ਇਸ ਵੀ ਹਾਫ ਤੇ ਨਹੀਂ ਕਹਿ ਸਕਦੇ ਕਿ ਹਾਂਜੀ ਖਰਚੇ ਵਧ ਗਏ ਤਾਂ ਕੰਪਨੀ ਮਾੜੀ ਹੋਗੀ ਜਾਂ ਖਰਚੇ ਘਟ ਗਏ ਤਾਂ ਕੰਪਨੀ ਚੰਗੀ ਹੋਗੀ। ਆਪਾਂ ਦੇਖਣਾ ਹੈ ਕਿ ਜੇ ਨਵਾਂ ਪਲਾਂਟ ਲਗਾਇਆ ਤਾਂ ਕੰਪਨੀ ਦੇ ਖਰਚੇ ਵੀ ਵਧਣਗੇ, ਉੱਥੇ ਨਵੇਂ ਸਟਾਫ ਦੀ ਜ਼ਰੂਰਤ ਵੀ ਪਏਗੀ, ਉੱਥੇ ਬਿਜਲੀ ਦਾ ਬਿੱਲ ਵੀ ਆਏਗਾ, ਉੱਥੇ ਬਾਕੀ ਚੀਜ਼ਾਂ ਵੀ ਹੋਣਗੀਆਂ ਤਾਂ ਕੰਪਨੀ ਦਾ ਖਰਚਾ ਵਧਿਆ। पर कंपनी ने प्लांट कोई नवा लगाया नहीं, पुराना प्लांट चल रहा सी, उससे तो खर्चे होर होने लग पे, वो माड़ी चीज है। ओके, नेक्स्ट आ गया प्रोविजंस। हुन प्रोविजंस का मतलब की हुंदा है, चल आप यही गल कीती ना कि करंट लायबिलिटी आप जब सारी शीट पढ़ते हैं प्रॉपर विद प्रॉफिट एंड लॉस है ना, तो आप पढ़ते हैं, अपन पता लगता कि कंपनी ने एक नवा ऑफिस खोल लिया होगा। ਆਪਾਂ ਕਈ ਵਾਰੀ ਪੜ੍ਹਦੇ ਨਾ, ਕਈ ਵਾਰੀ ਖਬਰ ਆਉਂਦੀ ਹੁੰਦੀ ਹੈ ਕਿ ਰਿਲਾਇੰਸ ਆਪਦੇ 200 ਆਫਿਸਿਸ ਨਵੇਂ ਖੋਲਣ ਲੱਗੀ ਹੈ ਅਲੱਗ-ਅਲੱਗ ਸ਼ਹਿਰਾਂ 'ਚ, ਜਾਂ ਆਪਾਂ ਕਈ ਵਾਰੀ ਦੇਖਦੇ ਵੀ ਬੈਂਕ ਨੇ ਆਪਣੀਆਂ ਇਸ ਸਾਲ 'ਚ 300 ਬ੍ਰਾਂਚਾਂ ਖੋਲ ਲਈਆਂ। ਹੁਣ ਜੇ ਕੋਈ ਬੈਂਕ ਹੈ ਉਹਦੀਆਂ 300 ਬ੍ਰਾਂਚਿਸ ਉਹਨੇ ਨਵੀਆਂ ਓਪਨ ਕਰ ਲਈਆਂ ਇੱਕ ਸਾਲ 'ਚ, ਇਹ ਦੱਸੋ ਕਿ ਉਹਦਾ ਖਰਚਾ ਵਧੂਗਾ ਕਿ ਘਟੂਗਾ? ਵਧੂਗਾ। ਖਰਚਾ ਵਧੂਗਾ ਨਾ, ਉਹਦੀ ਇਨਕਮ ਵੀ ਵਧੂਗੀ, ਉਹ ਗੱਲ ਬਾਤ ਦੀ ਹੈ, ਪਰ ਉਹਦਾ ਖਰਚਾ ਵਧੂਗਾ ਕਿ ਨਹੀਂ ਵਧੂਗਾ? ਖਰਚਾ ਵੀ ਤਾਂ ਵਧੂਗਾ ਨਾ। ਤਾਂ ਹੁਣ ਆਪਾਂ ਪੜਿਆ ਕਿ ਇਸ ਸਾਲ ਬੈਂਕ ਨੇ ਸਕਾਬਾ ਖੋਲਿਆ ਇੱਕ ਵੀ ਨਹੀਂ, ਕੋਈ ਇੱਕ ਵੀ ਬ੍ਰਾਂਚ ਨਹੀਂ ਨਵੀਂ ਸਟਾਰਟ ਕੀਤੀ, ਫਿਰ ਵੀ ਖਰਚਾ ਜ਼ਿਆਦਾ ਹੋ ਗਿਆ। ਇਹ ਚੀਜ਼ ਪੋਜ਼ਿਟਿਵ ਹੈ ਕਿ ਨੈਗੇਟਿਵ ਹੈ? ਨੈਗੇਟਿਵ ਹੈ ਸਰ। ਠੀਕ ਹੈ, ਆਪਾਂ ਦੇਖਿਆ ਕਿ ਕੋਈ ਕੰਪਨੀ ਨਵਾਂ ਪਲਾਂਟ ਲਗਾ ਰਹੀ ਹੈ, ਉਹਨੇ ਨਵੇਂ ਵਰਕਰ ਭਰਤੀ ਕੀਤੇ ਹੈ, ਠੀਕ ਹੈ, ਉਹਦਾ ਖਰਚਾ ਹੋ ਗਿਆ, ਕੋਈ ਗੱਲ ਨਹੀਂ, ਕਮਾਊਗੀ ਵੀ ਤਾਂ ਸਹੀ ਨਾ ਉਸ ਚੀਜ਼ ਤੋਂ। ਨੈਕਸਟ ਹੈ ਜੀ ਆਪਣੇ ਕੋਲ ਪ੍ਰੋਵੀਜ਼ਨਸ। ਪ੍ਰੋਵੀਜ਼ਨ ਕੀ ਚੀਜ਼ ਹੁੰਦੀ ਹੈ? एक प्रोबेबिलिटी होती है कि साडा इन्ना खर्चा होर हो सकता है। मतलब कि जिवें ना कंपनी आपां नूं पता हुंदा कि इस साल मेरे आपां कई बार कहंदे यार मेरे ना शूज टुटण वाले आ, अगले महीने मैनूं शूज लैणे पैणे आ, हजे टुटे नहीं गए, हजे चल रहे हैं, कोई प्रॉपर डेट भी नहीं आपां कहंदे भी हां मेरी सैलरी आऊगी तो मैं 10 तरीक नूं लैणे ही लैणे आ। जे उदों तक बाय चांस मेरे शूज टुट जांदे आ तो मेरा नवां खर्चा होऊगा कि नहीं होऊगा? होऊगा। ठीक है, वो एक प्रोबेबिलिटी है, पक्का नहीं गा। प्रोविजन च पाउने ਆਪਾਂ कंपनी कहंदी साडा 61 करोड़ रुपए ਦਾ ਖਰਚਾ ਹੋਰ ਹੋ ਸਕਦਾ ਹੈ। ਕਿਵੇਂ ਹੋ ਸਕਦਾ? ਮੇ ਵੀ ਸਾਡੀ ਕੋਈ ਚੀਜ਼ ਸਾਨੂੰ ਕਹਿੰਦੇ ਜੀ ਕੰਪਨੀ ਕਹਿੰਦੀ ਸਾਨੂੰ ਪਤਾ ਹੀ ਹੈ ਵੀ ਹਰ ਸਾਲ ਸਾਡਾ ਇੰਨਾ ਖਰਚਾ ਹੋ ਜਾਂਦਾ ਹੈ। ਕਈ ਵਾਰੀ ਮੰਨ ਲਓ ਕੋਈ ਗੱਡੀ ਖਰਾਬ ਹੋ ਗਈ, ਠੀਕ ਹੈ, ਬਾਈ ਚਾਂਸ ਕੋਈ ਐਕਸੀਡੈਂਟ ਹੋ ਗਿਆ ਜਾਂ ਬਾਈ ਚਾਂਸ ਕੋਈ ਇਦਾਂ ਦੀ ਚੀਜ਼ ਨਿਕਲ ਕੇ ਸਾਹਮਣੇ ਆ ਗਈ ਕਿ ਸਾਨੂੰ ਪੈਸਾ ਪੇ ਕਰਨਾ ਪੈ ਜਾਂਦਾ ਹੈਗਾ, ਤਾਂ ਉਹਨੂੰ ਫਿਰ ਆਪਾਂ ਪ੍ਰੋਵੀਜ਼ਨਸ ਕਹਿੰਦੇ ਆ ਕਿ ਸਾਨੂੰ ਪਤਾ ਹੀ ਹੈ ਕਿ ਕੋਈ ਇਹ ਮਾੜੇ ਖਰਚੇ ਨਹੀਂ ਗੇ, प्रोविजन है, खर्चा है। हम जब नवे अपने बूट टुटने वाले आप नवे शूज लवांगे, आप की कहांगे भी आपको सानू नुकसान हो गया भी साडे शूज टुट गए? नहीं पता आप ठीक है, आप कोई गल नहीं, आप वो शूज हंडाए आ, आप 5 महीने 6 महीने साल शूज चल गए, ठीक है, उन्होंने खराब हो गए, आप नवे ले एक संभावित है, हो सकता 2 महीने जो होर कट जाण, हो सकता 1 दिन में कट, तो कंपनी पहले ही आपका खर्चा पहले दस दिंदी है भी 61 करोड़ रुपया सी इस करके अलग कढ़िया होया कि हो सकता साडा कोई माड़ा मोटा खर्चा हो आ जाए। नेक्स्ट आ गया जी अपने कोले टोटल सीएल एंड प्रोविजन। कुछ नहीं, ऊपर वाली दो चीजां नूं करंट लायबिलिटीज जिहड़ियां देनदारियां ने खर्चे है प्लस जिहड़े संभावित खर्चे कह लो प्रोविजनस आ गए, उन्हां दोवां नूं ऐड करता 1945 करोड़ प्लस 61 करोड़, वो कितना हो गया 2007 करोड़ हो गया। फिर गल आउंदी है जी कंपनी दे नेट करंट एसेट्स। पहला आप पढ़िया सी टोटल करंट एसेट्स, इस साल टोटल कितने एसेट्स है जिहड़े कंपनी नूं कमा के दे रहे हैं। तो हम जो आप पढ़ते हैं नेट करंट एसेट्स, ये किहड़ी वैल्यू हुंदी है? इहदे च तुसीं ऐड कर लो टोटल सीए लोन्स एंड एडवांसेस माइनस, ठीक है, इहदे चों 2437 चों माइनस कर दियो टोटल सीएल एंड प्रोविजन। जिन्ने भी कंपनी कोले जिहड़ी आपां कहंदे ने टोटल ओहदे एसेट्स सीगे, ਉਹਦੇ ਕੋਲੇ ਜਿੰਨਾ ਪੈਸਾ ਐਡਵਾਂਸ ਆਇਆ ਹੋਇਆ ਸੀ ਉਹਦੇ ਚੋਂ ਆਪਾਂ ਮਾਈਨਸ ਕਰਤਾ ਕਿ ਜਿੰਨੇ ਵੀ ਕੰਪਨੀ ਦੇ ਖਰਚੇ ਆ ਪਲੱਸ
ਜਿੰਨਾ ਦਾ ਪ੍ਰੋਵੀਜ਼ਨ ਜਿਹੜੇ ਹੋਣ ਵਾਲੇ ਖਰਚੇ ਜਦੋਂ ਉਹ ਆਪਾਂ ਮਾਈਨਸ ਕਰਦੇ ਤਾਂ ਆਪਣੇ ਕੋਲ ਕਿੰਨਾ ਆ ਗਿਆ ਨੈਟ ਕਰੰਟ ਐਸੈਟਸ 430 ਕਰੋੜ ਰੁਪਏ ਆ ਗਏ। ਇੰਨੀ ਗੱਲ ਦੁਬਾਰਾ ਦੱਸੋ ਸਰ ਇਹ ਦੇਖੋ ਜੀ, ਆਪਣੇ ਕੋਲ ਕਰੰਟ ਐਸੈਟਸ ਕਿੰਨੇ ਆ ਕੰਪਨੀ ਦੇ 1 ਸਾਲ ਚ ਉਹ ਐਸੈਟ ਜਿੰਨਾ ਤੋਂ ਕਮਾ ਰਹੀ ਹੈ। ਫਿਰ ਆਪਾਂ ਦੇਖਿਆ ਲੋਨ ਐਂਡ ਐਡਵਾਂਸਸ, ਉਹ ਪੈਸਾ ਜਿਹੜਾ ਕੰਪਨੀ ਕੋਲੇ ਆਲਰੇਡੀ ਐਡਵਾਂਸ ਦੇ ਵਿੱਚ ਆਇਆ ਹੋਇਆ। ਹੁਣ ਮੇਰੇ ਕੋਲੇ ਪੈਸਾ ਕੋਈ ਐਡਵਾਂਸ ਦੇ ਵਿੱਚ ਆਇਆ ਹੋਇਆ, ਉਹ ਵੀ ਮੇਰਾ ਐਸੈਟ ਹੈ ਨਾ। ਮੇਰੇ ਕੋਲ ਪੈਸਾ ਐਸੈਟ ਕੀ ਹੈ, ਪੈਸਾ ਹੀ ਕਹਿ ਲਓ ਜਾਂ ਮਸ਼ੀਨਰੀ ਕਹਿ ਲਓ। ਮੇਰੇ ਕੋਲ ਥੋੜਾ ਜਿਹਾ ਪੈਸਾ ਐਡਵਾਂਸ ਦੇ ਵਿੱਚ ਆਇਆ ਹੋਇਆ, ਉਹ ਵੀ ਮੇਰਾ ਇੱਕ ਐਸੈਟ ਹੈ। ਫਿਰ ਆਪਾਂ ਕੀ ਕੀਤਾ ਕਿ ਕਰੰਟ ਐਸੈਟ, ਨੈਟ ਕਰੰਟ ਐਸੈਟਸ ਨੂੰ ਆਪਾਂ ਕੀ ਕੀਤਾ, ਜਿੰਨੇ ਵੀ ਆਪਣੇ ਕੋਲੇ ਟੋਟਲ ਕਰੰਟ ਐਸੈਟ ਸੀ, ਜਿਹੜਾ ਆਪਾਂ ਆਹ ਰਕਮ ਬਣਾਈ ਸੀ ਟੋਟਲ ਸੀਏ ਲੋਨਸ ਐਂਡ ਐਡਵਾਂਸਸ, ਠੀਕ ਹੈ, ਇਹਦੇ ਚ ਆਪਾਂ ਕੀ ਮਾਈਨਸ ਕਰਤਾ, ਟੋਟਲ ਸੀਐਲ ਐਂਡ ਪ੍ਰੋਵੀਜ਼ਨਸ। ਬਸ ਇੰਨੀ ਚੀਜ਼ ਹੈ, ਟੋਟਲ ਸੀਏ ਲੋਨਸ ਐਂਡ ਐਡਵਾਂਸਸ ਮਾਈਨਸ ਟੋਟਲ ਸੀਐਲ ਐਂਡ ਪ੍ਰੋਵੀਜ਼ਨ, ਇਹਨੂੰ ਆਪਾਂ ਕਹਿੰਦੇ ਆ ਨੈਟ ਕਰੰਟ ਐਸੈਟਸ। ਠੀਕ ਹੈ ਜੀ। ਕੋਈ ਨਵੀਂ ਸਰ ਚੀਜ਼ ਆਪਾਂ ਟੋਟਲ ਕਰੰਟ ਆਪਾਂ ਪੁਰਾਣਾ ਜਿੱਤੇ ਹੀ ਬਸ ਮਾਈਨਸ ਪਲਸ ਕੀਤਾ ਹੈ। ਹਾਂਜੀ ਜੀ ਬੋਲੋ। ਸਰ ਆਪਾਂ ਟੋਟਲ ਕਰੰਟ ਐਸੈਟ ਪਲੱਸ ਲੋਨ ਪਲੱਸ ਐਡਵਾਂਸਸ ਉਹਨਾਂ ਦੋਨਾਂ ਨੂੰ ਪਲੱਸ ਕਰਕੇ ਮਾਈਨਸ ਟੋਟਲ ਸੀਐਲ ਐਂਡ ਪ੍ਰੋਵੀਜ਼ਨ ਕਰਨਾ ਨਾ। ਹਾਂਜੀ ਹਾਂਜੀ ਠੀਕ ਹੈ ਸਰ ਅੱਜ ਤੇ ਟੋਟਲ ਲਿਖਾ ਹੈ, ਆ ਪਹਿਲਾ ਟੋਟਲ ਲਿਖਾ ਹੈ ਇੱਥੇ ਦੇਖੋ ਜਿੱਥੇ ਮੇਰਾ ਕਰਸਰ ਹੈ, ਨੀਚੇ ਦੂਜਾ ਟੋਟਲ ਹੈ। ਪਹਿਲੇ ਟੋਟਲ ਚੋਂ ਦੂਸਰੇ ਵਾਲੇ ਟੋਟਲ ਨੂੰ ਮਾਈਨਸ ਕਰਦੇ ਹਾਂ, ਉਹ ਆਪਣਾ ਕੀ ਆ ਗਿਆ, ਨੈਟ ਕਰੰਟ ਐਸੈਟਸ ਆ ਗਿਆ। ਠੀਕ ਹੈ ਜੀ। ਠੀਕ ਹੈ ਜੀ। ਸਰ ਹਾਂਜੀ ਸਰ ਜਿੱਦਾਂ ਹੁਣ ਇਹਨਾਂ ਦੇ ਸੈਂਟਰੀ ਡੈਟਰਸ ਆ ਜਿਹੜੇ ਹਾਂਜੀ ਉਹ ਵੱਧ ਰਹੇ ਆ ਸਰ, ਹਾਂਜੀ ਸਰ ਇਹ ਕਿੰਨੇ % ਚਾਂਸ ਆ ਕਿ ਉਹ ਡਿਫਾਲਟ ਨਹੀਂ ਕਰਨਗੇ? ਦੇਖੋ, ਜਦੋਂ ਵੀ ਆਪਾਂ ਡੈਟਰਸ ਦੀ ਗੱਲ ਕਰਦੇ ਹਾਂ ਨਾ, ਜਦੋਂ ਕੋਈ ਵੀ ਕੰਪਨੀਆਂ ਡੈਟਰਸ ਜਦੋਂ ਹੁੰਦੇ ਨੇ, ਹਾਂ ਉਹਨਾਂ ਨੇ ਕੀ ਕੀਤਾ ਜੀ ਕਿ ਹਜੇ ਪੈਸੇ ਲੈਣੇ ਆ, ਮੋਸਟਲੀ ਕੰਪਨੀਆਂ, ਇਹ ਬੈਂਕ ਨਹੀਂ ਹੈ, ਕੰਪਨੀਆਂ ਉਹਨਾਂ ਹੀ ਲੋਕਾਂ ਤੇ ਵਿਸ਼ਵਾਸ ਕਰਦੀ ਹੈ ਜਿਹੜੇ ਉਹਨਾਂ ਨਾਲ ਪੁਰਾਣੇ ਚੱਲਦੇ ਆ ਰਹੇ ਹੁੰਦੇ ਆ। ਕਦੇ ਵੀ ਕੰਪਨੀ ਨਵੇਂ ਬੰਦੇ ਨੂੰ ਐਡੀ ਛੇਤੀ ਡੈਟਰਸ ਦੇ ਵਿੱਚ ਨਹੀਂ ਲੈ ਕੇ ਆਉਂਦੀ। ਜਿਨ੍ਹਾਂ ਦਾ ਉਹਨਾਂ ਨਾਲ ਆਲਰੇਡੀ ਜਿਨ੍ਹਾਂ ਨਾਲ ਸੰਬੰਧ ਹੈਗੇ ਆ, ਜਿਨ੍ਹਾਂ ਨੂੰ ਪਤਾ ਉਹਨਾਂ ਦਾ ਨਾ, ਉਹ ਉਹਨਾਂ ਨਾਲ ਹੀ ਕਰਦੇ ਆ। ਮੋਸਟਲੀ ਕੰਪਨੀਆਂ ਦੇ ਜਿਹੜੇ ਡੈਟਰਸ ਹੈ ਉਹਨਾਂ ਦੀ ਡਿਫਾਲਟ ਹੋਣ ਦੀ ਪ੍ਰੋਬੇਬਿਲਿਟੀ ਬਹੁਤ ਘੱਟ ਹੁੰਦੀ ਹੈ। ਠੀਕ ਹੈ ਸਰ। ਇੱਥੇ ਤੱਕ ਵੀ ਕਿਸੇ ਨੂੰ ਕੁਝ ਨਾ ਸਮਝ ਆਇਆ ਹੋਵੇ? ਨਹੀਂ ਸਰ, ਆ ਗਿਆ ਜੀ। देखो सर, जो नेट करंट एसेट है जी हमेशा इंक्रीज होने चाहिए। करंट एसेट देखो, करंट एसेट का मतलब किसी इस साल ਵਿੱਚ ਜਿਹੜੀਆਂ ਚੀਜ਼ਾਂ ਨੇ ਤੁਹਾਨੂੰ ਪੈਸਾ ਕਮਾ ਕੇ ਦਿੱਤਾ, ਜੇ ਹਰ ਸਾਲ ਥੋੜੀਆਂ ਪੈਸੇ ਕਮਾਉਣ ਵਾਲੀਆਂ ਮਸ਼ੀਨਾਂ ਵੱਧਦੀਆਂ ਜਾਣਗੀਆਂ ਤਾਂ ਚੰਗੀ ਗੱਲ ਹੈ। हम देखा ਆਪਾਂ 17 ਚ ਦੇਖਿਆ 539 ਕਰੋੜ, 18 ਚ ਆ ਗਏ 174, ਫਿਰ ਅਗਲੇ 19 ਚ ਆ ਗਏ 817, ਹਰ ਸਾਲ ਵੱਧਦਾ ਜਾ ਰਿਹਾ ਸੀ। ਫਿਰ ਆਪਾਂ 20 ਚ ਆ ਕੇ ਦੇਖਿਆ 1144 ਕਰੋੜ ਹੋ ਗਿਆ, ਇਸ ਵਾਰੀ ਘਟ ਗਿਆ। ਆਪਾਂ ਪਹਿਲੇ ਹੀ ਗੱਲ ਕੀਤੀ ਹੈ ਕਿ ਕੋਰੋਨਾ ਦਾ ਇਫੈਕਟ ਕਰਕੇ ਕੰਪਨੀਆਂ ਇੰਨੀਆਂ ਡੂੰਘੀਆਂ ਵੀ ਡੀਪ ਤੇ ਨਹੀਂ ਚਲੀ ਜਾਂਦੀਆਂ, ਪਰ ਹਰ ਸਾਲ ਵੱਧਦਾ ਆ ਰਿਹਾ। ਇਹ ਚੰਗੀ ਗੱਲ ਹੈ ਕਿ ਤੁਹਾਡੇ ਕੋਲੇ ਤੁਸੀਂ ਨਾ, ਮੈਂ ਪਹਿਲੇ ਗੱਲ ਕੀਤੀ ਸੀ, ਆਪਾਂ ਟੂਰ ਐਂਡ ਟਰੈਵਲ ਦੀ ਗੱਲ ਕੀਤੀ, ਜੇ ਮੈਂ ਹਰ ਸਾਲ ਆਪਦੇ ਬਿਜ਼ਨਸ 'ਚ ਇੱਕ ਨਵੀਂ ਕਾਰ ਐਡ ਕਰ ਰਿਹਾ, ਉਹ ਚੰਗੀ ਗੱਲ ਹੈ ਕਿ ਮਾੜੀ ਗੱਲ ਹੈ? मैं देख रहा मेनू बिजनेस आ रहा है, मेरी एक कार घट पै रही है, मैं अगले साल 2 ले लूंगा। मैं देखा भी यार 2 कारां नाल भी काम नहीं बनता, तीजे साल मैं कार होर विच ऐड कर ली। मेरा बसां दा काम है, ट्रांसपोर्ट दा काम है, मैं हर साल एक बस नवीं पा रहा। आपां देखते बस कंपनीज है, किसी नूं पता ना जुझार बस कंपनी हैगी है ना, डबल ट्रांसपोर्ट है, हर साल एक नवीं, हर साल की हर महीने की नवीं बस पा लेंदे, वो बस उन्हां नूं पैसा कमा के दिंदी है। ठीक है, भावें अगले महीने 'ਚ 2 पा लैण। गल तो पैसा होने की गल है, पैसा आ रहा, ठीक है, बहुत बढ़िया गल है, पैसा होना चाहिए। आप सारा कुछ क्यों पढ़ रहे हैं? पैसा होने लिए अपन भी पैसा होना चाहिए। जे सारा कुछ पढ़ के अपन पैसा होने लग पिया तो वधिया ही वधिया। बस आप पढ़ना ही होगा जिन्होंने पैसा आ रहा, जे इन्होंने पैसा आ रहा आप वही पढ़ लिया, अपन भी पैसा होना शुरू हो जाना। जे आप कंपनी कोई वो जी पढ़ ली जिन्होंने पैसा ही नहीं आ रहा है कि वो कंपनी फिर अपन पैसा देके जाऊ? बस वो कंपनी भी गई, ਆਪਾਂ ਵੀ ਗਏ। ਜੇ ਆਪਾਂ ਕੰਪਨੀ ਉਹ ਪੜੀ ਜਿਹਨੂੰ ਹਰ ਵਾਰੀ ਪੈਸਾ ਆ ਰਿਹਾ, ਆਪਾਂ ਨੂੰ ਵੀ ਪੈਸਾ ਆਊਗਾ, ਇਹੀ ਗੁੱਡ ਕੰਪਨੀ ਹੈ। ਫਿਰ ਆ ਗਿਆ ਜੀ ਟੋਟਲ ਐਸੈਟਸ। ਹੁਣ ਟੋਟਲ ਐਸੈਟਸ ਕੀ ਸੀ? ਜਦੋਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਮੇਰੇ ਕੋਲ 2 ਕਾਰਾਂ ਨੇ, ਠੀਕ ਹੈ, ਮੈਂ ਦੇਖਿਆ ਕਿ ਮੇਰੇ ਕੋਲ ਇੱਕ ਕਾਰ ਹੀ ਬਹੁਤ ਹੈ, ਇੱਕ ਤਾਂ ਮੈਂ ਗਰਾਜ 'ਚ ਖੜਾ ਰੱਖੀ ਹੈ, ਉਹ ਤਾਂ ਜਿਹੜੀ ਇੱਕ ਕਾਰ ਚੱਲ ਰਹੀ ਹੈ ਉਹ ਤਾਂ ਕਰੰਟ ਐਸੈਟਸ ਹੈ, ਪਰ ਅਸਲ 'ਚ ਤਾਂ ਮੇਰੇ ਕੋਲ 2 ਕਾਰਾਂ ਹੈਗੀਆਂ ਨਾ, ਤਾਂ ਟੋਟਲ ਐਸੈਟਸ
ਕੰਪਨੀ ਦੇ ਸਾਰੇ ਐਸੈਟਸ ਭਾਵੇਂ ਉਹਨਾਂ ਤੋਂ ਪੈਸਾ ਕਮਾਇਆ ਜਾ ਰਿਹਾ ਜਾਂ ਨਹੀਂ ਕਮਾਇਆ ਜਾ ਰਿਹਾ, ਪਰ ਕੰਪਨੀ ਕੋਲੇ ਪੂਰੇ ਐਸੈਟਸ ਹੈਗੇ ਨੇ, ਠੀਕ ਹੈ। ਕੰਪਨੀ ਦੇ ਮੰਨ ਲਓ 5 ਪਲਾਂਟ ਲੱਗੇ ਹੋਏ ਨੇ, ਉਹਦੇ ਚੋਂ 3 ਪਾਵਰ ਵਰਕਿੰਗ ਹੈ, ਉਹ ਕਰੰਟ ਐਸੈਟਸ ਹੈ, ਪਰ ਬਾਕੀ 2 ਵੀ ਹੈਗੇ। ਟੋਟਲ ਕਿੰਨੇ ਆ ਉਹਦੇ ਕੋਲੇ? 5। ਕਰੰਟ ਕਿੰਨੇ ਆ? 3, ਕਿਉਂਕਿ 3 ਚੱਲ ਰਹੇ ਆ। ਤੇ ਟੋਟਲ ਐਸੈਟਸ ਦਾ ਮਤਲਬ ਕੰਪਨੀ ਕੋਲੇ ਸਾਰਾ ਕੁਝ ਜੋੜ ਕੇ ਟੋਟਲ ਦੇ ਵਿੱਚ ਐਸੈਟਸ ਕਿੰਨੇ ਆ, ਉਹਨੂੰ ਆਪਾਂ ਕਹਿੰਦੇ ਆ ਜੀ ਟੋਟਲ ਐਸੈਟਸ। ਬਸ ਹੁਣ ਇੱਕ ਆਪਾਂ ਲਾਸਟ ਟਰਮ ਪੜ੍ਹਨੀ ਹੈ, ਕੰਟੀਨਜੈਂਟ ਲਾਇਬਿਲਿਟੀਜ਼। ਕੰਟੀਨਜੈਂਟ ਲਾਇਬਿਲਿਟੀਜ਼ ਕੀ ਹੁੰਦੀਆਂ? ਇਹਨਾਂ ਨੂੰ ਆਪਾਂ ਕਹਿੰਦੇ ਆ ਅਚਨਚੇਤ ਖਰਚੇ। ਇੱਕ ਤਾਂ ਪ੍ਰੋਵੀਜ਼ਨ ਸੀ, ਪ੍ਰੋਵੀਜ਼ਨ ਕੋਈ ਅਚਨਚੇਤ ਖਰਚਾ ਨਹੀਂ ਹੈ। ਪ੍ਰੋਵੀਜ਼ਨ ਤਾਂ ਆਪਾਂ ਨੂੰ ਪਤਾ ਕਿ ਮੇਰਾ ਇੰਨਾ ਕੁ ਪੈਸਾ ਖਰਚ ਹੋ ਸਕਦਾ ਮਾੜੀਆਂ ਮੋਟੀਆਂ ਗੱਲਾਂ ਤੇ। ਕੰਟੀਨਜੈਂਟ ਲਾਇਬਿਲਿਟੀਜ਼ ਉਹ ਹੁੰਦੀਆਂ ਜਿਨ੍ਹਾਂ ਦਾ ਪਤਾ ਹੀ ਨਹੀਂ ਹੁੰਦਾ ਕਿ ਇਹ ਚੀਜ਼ ਵੀ ਹੋ ਜਾਣੀ ਸੀ। ਜਿਵੇਂ ਕਿ ਮੰਨ ਲਓ ਕੰਪਨੀ ਦੇ ਉੱਪਰ ਕਿਸੇ ਨੇ ਕੇਸ ਕਰਤਾ, ਠੀਕ ਹੈ। ਆਪਾਂ ਦੇਖਦੇ ਹਾਂ ਕਈ ਵਾਰ ਕਿੰਨੀਆਂ ਕੰਪਨੀਆਂ ਦੇ ਉੱਪਰ ਕੇਸ ਹੋਏ ਆ ਵੀ ਇਹਨਾਂ ਦਾ ਪ੍ਰੋਡਕਟ ਸਹੀ ਨਹੀਂ ਸੀ, ਸਾਨੂੰ ਮੁਆਵਜ਼ਾ ਦਿੱਤਾ ਜਾਵੇ। ਹੁਣ ਕੰਪਨੀ ਨੂੰ ਇਹ ਗੱਲ ਯਾਦ ਸ਼ਕਤੀ ਚ ਵੀ ਨਹੀਂ ਸੀ ਉਹਨਾਂ ਦੇ ਵੀ ਕੋਈ ਬੰਦਾ ਸਾਡੇ ਤੇ ਕੇਸ ਕਰੂਗਾ, ਸਾਨੂੰ ਮੰਨ ਲਓ 20,000 ਰੁਪਏ ਹੀ ਮੁਆਵਜ਼ਾ ਦੇਣਾ ਪੈ ਗਿਆ। ਤਾਂ ਕੰਪਨੀ ਨੂੰ ਖਰਚੇ ਨੂੰ ਪਹਿਲਾਂ ਨਹੀਂ ਲੈ ਕੇ ਚੱਲ ਸਕਦੀ ਵੀ ਸਾਡੇ ਦੇ ਸਾਲ 'ਚ ਇੰਨੇ ਖਰਚੇ, ਇੰਨੇ ਕੇਸ ਹੋਣਗੇ ਤੇ ਅਸੀਂ ਇੰਨੇ ਪੈਸੇ ਭਰਾਂਗੇ। ਉਹ ਇੱਕ ਅਚਨਚੇਤ ਖਰਚਾ ਆ ਗਿਆ। ਜਾਂ ਬਾਈ ਚਾਂਸ ਕੀ ਹੋ ਗਿਆ ਕਿ ਕੰਪਨੀ ਦੇ ਕਿਸੇ ਵਰਕਰ ਦੀ ਡੈਥ ਹੋ ਗਈ, ਠੀਕ ਹੈ। ਹੁਣ ਉਹਨਾਂ ਨੇ ਉਹਨਾਂ ਨੂੰ ਮੁਆਵਜ਼ਾ ਦਿੱਤਾ, ਉਹਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ। ਤਾਂ ਉਹ ਇਹੋ ਜਿਹੇ ਖਰਚੇ ਜਿਹੜੇ ਆਪਾਂ ਵੈਸੇ ਮਿੱਥ ਕੇ ਨਹੀਂ ਚੱਲਦੇ ਕਿ ਸਾਡੀ ਕੰਪਨੀ 'ਚ 10 ਮਜ਼ਦੂਰ ਮਰਨਗੇ ਤਾਂ ਅਸੀਂ ਮੁਆਵਜ਼ਾ ਦੇਵਾਂਗੇ। ਕੌਣ ਕਹੂਗਾ ਕਿ ਮੇਰੀ ਕੰਪਨੀ ਦੇ 10 ਮਜ਼ਦੂਰ ਮਰ ਜਾਣ? ਪਰ ਬਾਈ ਚਾਂਸ ਨਾ ਬੈਡ ਲੱਕ ਉਹ ਮਰ ਗਏ, ਕੋਈ ਘਟਨਾ ਹੋ ਗਈ, ਇਦਾਂ ਦਾ ਕੁਝ ਹੋ ਗਿਆ, ਉਹਨਾਂ ਨੂੰ ਮੁਆਵਜ਼ਾ ਦੇਣਾ ਪੈ ਗਿਆ, ਜਾਂ ਕੋਰਟ ਨੇ ਕੋਈ ਆਰਡਰ ਸੁਣਾਤਾ ਕਿ ਇੰਨੇ ਪੈਸੇ ਇਹਨਾਂ ਲੋਕਾਂ ਨੂੰ ਦਿਓ। ਤਾਂ ਉਹ ਜਦੋਂ ਇਦਾਂ ਦੀ ਕੋਈ ਚੀਜ਼, ਉਹਨਾਂ ਨੂੰ ਆਪਾਂ ਫਿਰ ਕਹਿੰਦੇ ਹਾਂ ਕੰਟੀਨਜੈਂਟ ਲਾਇਬਿਲਿਟੀਜ਼, ਅਚਨਚੇਤ ਖਰਚੇ, ਅਣਹੋਣੇ ਖਰਚੇ, ਅਣਚਾਹੇ ਖਰਚੇ। ਕੰਪਨੀ ਚਾਹੁੰਦੀ ਨਹੀਂ ਸੀ ਕਿ ਖਰਚਾ ਹੋਵੇ, ਪਰ ਬਾਈ ਚਾਂਸ ਉਹਦਾ ਇਹ ਖਰਚਾ ਹੋ ਗਿਆ। ਲਾਸਟ ਹੈ ਜੀ ਆਪਣੀ ਬੁੱਕ ਵੈਲਿਊ। ਬੁੱਕ ਵੈਲਿਊ ਜੀ ਆਪਾਂ ਅੱਜ ਨਹੀਂ ਪੜ੍ਹਨੀ, ਆਪਾਂ ਨੈਕਸਟ ਪ੍ਰੋਫਿਟ ਲਾਸ ਚ ਪੜਾਂਗੇ, ਉੱਥੇ ਦਾ ਕੀ ਰੋਲ ਹੈ ਆਪਾਂ ਉਹਨੂੰ ਵੀ ਕਰਾਂਗੇ, ਠੀਕ। ਹੁਣ ਦੱਸੋ ਇਹਦੇ ਵਿੱਚ ਕਿਸੇ ਦਾ ਕੋਈ ਵੀ ਡਾਊਟ ਹੋਵੇ ਇਸ ਬੈਲੈਂਸ ਸ਼ੀਟ ਦੇ ਵਿੱਚ? नो सर। ਨਹੀਂ। ਕਲੀਅਰ ਹੈ ਜੀ ਸਾਰਿਆਂ ਨੂੰ? नहीं सर। ਹਾਂਜੀ ਹਾਂਜੀ ਸਰ। ਹਾਂਜੀ ਸਰ। ਵੈਰੀ ਗੁੱਡ। ਹਾਂਜੀ ਹਾਂਜੀ ਸਰ ਇੱਕ ਗੱਲ ਪੁੱਛਣੀ ਸੀਗੀ ਹਾਂਜੀ ਸਰ। ਇੱਕ ਨਾ ਮੈਂ ਸਟੋਰੀ ਦੇਖਦਾ ਹੁੰਦਾ ਜਸਪ੍ਰੀਤ ਭਾਈ ਦੀਆਂ। ਹਾਂਜੀ ਉਹ ਨਾ ਜਿਵੇਂ ਜਿਹੜੇ ਉਹ ਸਟੂਡੈਂਟ ਉਹਨਾਂ ਕੋਲ ਪੜ੍ਹੇ ਨੇ ਜਾਂ ਜਿੱਦਾਂ ਵੀ ਉਹਨਾਂ ਨੂੰ ਪ੍ਰੋਫਿਟ ਆਇਆ ਉਹ ਨਾ ਸ਼ੇਅਰ ਕਰਦੇ ਨੇ ਆਪਣੇ ਰਿਵਿਊ ਸਟੋਰੀ 'ਚ। ਹਾਂਜੀ ਉਹਨਾਂ ਵਿੱਚ ਮੈਂ ਦੇਖਿਆ ਕਿ ਉਹਨਾਂ ਨੇ ਨਾ ਇੱਕ ਹੁੰਦੀ ਆ ਕੰਪਨੀ ਹੈ, ਪਤਾ ਨਹੀਂ ਕੀ ਹੈ, ਨਿਫਟੀ 17,000 ਐਫਸੀ ਫੈਬ ਦੇ ਵਿੱਚ ਕੁਝ ਇਦਾਂ ਦੀ ਚੀਜ਼ ਆ। ਉਹ ਕੀ ਚੀਜ਼ਾਂ ਨੇ? ਸਰ ਉਹ ਆਪਸ਼ਨ ਹੈ ਜੀ, ਆਪਾਂ ਆਪਸ਼ਨ ਟ੍ਰੇਡਿੰਗ ਸਟਾਰਟ ਕਰਵਾ ਰਹੇ ਹਾਂ, ਆਪਾਂ ਆਪਸ਼ਨ ਟ੍ਰੇਡਿੰਗ ਦਾ ਕੋਰਸ ਲੈ ਕੇ ਆ ਰਹੇ ਹਾਂ। ਠੀਕ ਹੈ, ਆਪਸ਼ਨ ਆ ਉਹ? ਹਾਂਜੀ ਆਪਾਂ ਆਪਸ਼ਨ ਟ੍ਰੇਡਿੰਗ ਦੇ ਵਿੱਚ ਚੱਲ ਰਹੇ ਹਾਂ, ਠੀਕ ਹੈ। ਠੀਕ ਹੈ। ਹਾਂ ਛੇਤੀ ਆਪਣਾ ਆਪਾਂ ਜੋ ਆਫਲਾਈਨ ਤੋਂ ਕੋਰਸ ਸਟਾਰਟ ਕਰਤਾ ਹੈਗਾ, ਆਨਲਾਈਨ ਵੀ ਆਪਾਂ ਛੇਤੀ ਸਟਾਰਟ ਕਰਾਂਗੇ। ਇੱਕ ਆਪਾਂ ਇਹ QD ਦਾ ਕੋਰਸ ਜਿਹੜਾ ਤੁਹਾਡਾ ਚੱਲ ਰਿਹਾ QD ਦਾ ਕੋਰਸ ਹੈ, ਇੱਕ ਫਿਰ ਆਪਣੇ ਕੋਲ ਆਪਸ਼ਨਸ ਦਾ ਕੋਰਸ ਹੈ ਜਿਹਦੇ ਵਿੱਚ ਆਪਾਂ ਨਿਫਟੀ ਜਾਂ ਬੈਂਕ ਨਿਫਟੀ ਨੂੰ ਦੇਖ ਕੇ ਚੱਲਦੇ ਹਾਂ। ਉਹ ਫਿਰ ਉਹ ਆਪਾਂ ਇੱਥੇ ਸਟਾਰਟ ਕਰਨੀ ਹੈ। ਇਹ ਇਹਦੇ ਵਿੱਚ ਨਹੀਂ ਜੀ, ਉਹ ਅਲੱਗ ਹੈ, ਉਹਦਾ ਸਾਰਾ ਪੈਟਰਨ ਹੀ ਅਲੱਗ ਚੱਲਦਾ ਹੈ। ਉਹ ਉਹਦਾ ਹਾਂ ਉਹ ਜੇ ਤੁਸੀਂ ਚਾਹੁੰਦੇ ਤਾਂ ਆਪਾਂ ਇਸ ਤੋਂ ਬਾਅਦ ਉਹਨੂੰ ਕਰ ਸਕਦੇ ਹਾਂ। ਅੱਛਾ ਹੁਣ ਮੈਨੂੰ ਦੱਸੋ ਕਿ ਕੋਈ ਬੰਦਾ ਕੰਪਨੀਆਂ ਲੱਭ ਕੇ ਲੈ ਕੇ ਆਇਆ ਕੋਈ? ਸਰ ਆਪਾਂ ਤੇ ਉਹ ਰਿਲਾਇੰਸ ਵਗੈਰਾ ਵੀ ਦੇਖੀ ਤੇ ਮੈਂ ਤੇ ਉਹਨੂੰ ਦੇਖ ਕੇ ਬੜਾ ਕੰਫਿਊਜ਼ ਹੋ ਗਿਆ ਕਿ ਸਾਰਾ ਕੁਝ ਉਲਟ ਪੁਲਟ ਹੋ ਰਿਹਾ। ਫਿਰ ਮੈਂ ਛੱਡਤੀ, 2-4 ਹੀ ਦੇਖੀ ਹੈ। ਚਲੋ ਹੁਣ ਸਮਝ ਆਇਆ ਤੁਹਾਨੂੰ ਕਿ ਆਪਾਂ ਕੀ ਕੀ ਚੀਜ਼ਾਂ ਦੇਖਦੇ ਹਾਂ ਨਾਲ ਨਾਲ? ਸਰ ਮੈਂ ਕੰਪਨੀਆਂ ਦੇਖੀਆਂ ਸੀ ਦੋ, ਜਿੱਦਾਂ ਇੱਕ ITC ਉਹ ਸਿਗਰਟਸ ਦੀ, ਜਿੱਦਾਂ ਕੰਜ਼ਿਊਮਰ ਪ੍ਰੋਡਕਟਸ ਦੀ, ਤੇ ਇੱਕ ONGC ਜਿਹੜੀ ਆਇਲ ਐਂਡ ਗੈਸ ਕਾਰਪੋਰੇਸ਼ਨ। ਹਾਂਜੀ ਵੈਰੀ ਗੁੱਡ। ਦੇਖੋ ਸਭ ਤੋਂ ਪਹਿਲਾਂ ਹੁਣ ਆਪਾਂ ਦੇਖੋ ਇੱਕ ਬੈਲੈਂਸ ਸ਼ੀਟ ਪੜ੍ਹਨੀ ਸਿੱਖ ਲਈ ਹੈ ਨਾ। ਕੱਲ ਨੂੰ ਤੁਸੀਂ ਕੀ ਕਰਨਾ ਹੈਗਾ, ਕੰਪਨੀਆਂ ਲੱਭ ਕੇ ਲੈ ਕੇ ਆਉਣੀਆਂ ਨੇ। ਕੋਸ਼ਿਸ਼ ਕਰਿਓ ਜੋ ਕਿ ਤੁਸੀਂ ਜਿਹੜੀਆਂ ਪਹਿਲਾਂ ਕੰਪਨੀਆਂ ਲੱਭਣੀਆਂ ਨਾ ਉਹ ਮੋਨੋਪੋਲੀ ਵਾਲੀਆਂ ਕੰਪਨੀਆਂ ਲੱਭਿਓ ਜੋ, ਠੀਕ ਹੈ। ਨਿਫਟੀ 50 ਦੀਆਂ ਕੰਪਨੀਆਂ ਹੋਣੀਆਂ ਚਾਹੀਦੀਆਂ ਪਹਿਲੀ ਗੱਲ ਤਾਂ। ਤੁਸੀਂ ਗੂਗਲ ਤੇ ਜਾਓ, ਜੋ ਗੂਗਲ ਤੇ ਸਰਚ ਕਰੋ ਜੋ ਨਿਫਟੀ 50, ਨਿਫਟੀ 50 ਆਪਾਂ ਪਹਿਲਾਂ ਹੀ ਗੱਲ ਕੀਤੀ ਸੀ ਕਿ ਜਿਹੜੀਆਂ ਆਪਣੇ ਦੇਸ਼ ਦੀਆਂ ਟੌਪ 50 ਕੰਪਨੀਆਂ ਹੈ ਉਹਨਾਂ ਦਾ ਗਰੁੱਪ ਹੈ ਇਹ, ਜਿਹੜੀਆਂ ਸਟਾਕ ਮਾਰਕੀਟ ਲਿਸਟ ਹੋਈਆਂ ਹੋਈਆਂ। ਜਦੋਂ ਤੁਸੀਂ ਉਹ ਨਿਫਟੀ 50 ਵਾਲੀਆਂ ਕੰਪਨੀਆਂ ਚੂਜ਼ ਕਰੋਗੇ ਨਾ ਤਾਂ ਤੁਸੀਂ ਉਹਨਾਂ ਦੀਆਂ ਬੈਲੈਂਸ ਸ਼ੀਟਸ ਪੜੋਗੇ, ਤੁਹਾਨੂੰ ਪਤਾ ਲੱਗੇਗਾ ਕਿ ਹਾਂ ਇਹਨਾਂ ਦੀਆਂ ਬੈਲੈਂਸ ਸ਼ੀਟ ਵਾਕਈ ਅੱਛੀਆਂ ਜਾ ਰਹੀਆਂ ਨੇ, ਠੀਕ। ਇਸ ਤੋਂ ਬਾਅਦ ਆਪਾਂ ਨਿਫਟੀ 50 ਚੋਂ ਵੀ ਕੀ ਦੇਖਾਂਗੇ ਕਿ ਜਿਹੜੀਆਂ ਮੋਨੋਪੋਲੀ ਵਾਲੀਆਂ ਕੰਪਨੀਆਂ ਹੈ। ਮੋਨੋਪੋਲੀ ਦਾ ਮਤਲਬ ਕੀ ਹੁੰਦਾ? ਪਾਰਟਨਰਸ਼ਿਪ ਨਾ ਹੋਵੇ।
ਹਾਂਜੀ ਜਿਹੜੀ ਨਹੀਂ, ਸਰ ਕੰਪਨੀ ਜਿਹੜੀਆਂ ਆਪਣਾ ਮੋਨੋਪਲੀ ਦਾ ਮਤਲਬ ਇਹ ਹੁੰਦਾ ਭਾਜੀ ਸਿੰਗਲ ਸੈਲਰ ਹੋਵੇ, ਲਾਰਜ ਨੰਬਰ ਆਫ ਬਾਇਰ ਹੋਣ। ਮਤਲਬ ਹਾਂ ਮੇਨ ਬੰਦਾ ਮਾਰਕੀਟ ਹਾਂ ਇਹ ਆਪਦੇ ਉਸ ਸੈਕਟਰ ਮਾਰਕੀਟ ਹਾਂ ਆਪਦੇ ਸੈਕਟਰ ਦਾ ਮੇਨ ਬੰਦਾ ਹੈਗਾ ਕਿ ਉਹਦੇ ਬਰਾਬਰ ਦੀ ਹੋਰ ਕੋਈ ਕੰਪਨੀ ਹੈ ਹੀ ਨਹੀਂ, ਉਹ ਕੱਲਾ ਹੀ ਬੰਦਾ। ਜਿਵੇਂ ਸਿਗਰਟਸ ਦੀ ਗੱਲ ਕੀਤੀ, ਸਿਗਰਟਸ ਮੋਸਟਲੀ ਸਿਗਰਟ ਕਿਹੜੀ ਕੰਪਨੀ ਦੀਆਂ? ਆਈਟੀਸੀ ਦੀਆਂ। ਜਦੋਂ ਆਪਾਂ ਨੈਸਲੇ ਦੀ ਗੱਲ ਕਰਦੇ ਹਾਂ, ਨੈਸਲੇ ਵੀ ਇੱਕ ਮੋਨੋਪਲੀ ਕੰਪਨੀ ਹੈ। ਨੈਸਲੇ ਦੱਸੋ ਕਾਹਦੇ ਚ ਮੋਨੋਪਲੀ ਹੈ ਨੈਸਲੇ ਦੀ? ਦੁੱਧ ਪ੍ਰੋਡਕਟਸ ਸਰ, ਜਦੋਂ ਚਾਕਲੇਟ ਪ੍ਰੋਡਕਟਸ। ਓਕੇ ਹੋਰ ਨਹੀਂ, ਦੇਖੋ ਦੁੱਧ, ਜੇ ਆਪਾਂ ਦੁੱਧ ਦੀ ਗੱਲ ਕਰਦੇ ਹਾਂ ਉਹਦਾ ਫਿਰ ਉਹਦਾ ਅਮੁਲ ਵਗੈਰਾ ਦਾ ਵੀ ਵੇਰਕਾ ਵੀ ਹੈਗਾ। ਕਾਫੀ ਚ ਹੈ ਸਰ। ਇਹਦੇ ਚ ਕਾਫੀ ਚ ਹੀ ਨੈਸਲੇ ਦੇ ਬਰਾਬਰ ਬਲੂ ਹੈ। ਮੈਂ ਤਾਂ ਮੈਗੀ ਨਹੀਂ ਯਾਰ ਮੈਗੀ ਦਾ ਪਤਾ ਬੇਬੀ ਫੂਡ। ਨਹੀਂ। ਨੈਸਲੇ ਦੀ ਜਿਹੜੀ ਮੋਨੋਪਲੀ ਹੈ ਉਹ ਹੈਗੀ ਹੈ ਜਿੰਨਾ ਵੀ ਬੇਬੀ ਫੂਡ ਹੁੰਦਾ ਨਾ, ਸੈਰੇਲੈਕ, ਇੰਡੀਆ ਦੇ ਵਿੱਚ ਵਿਕਣ ਵਾਲਾ 90% ਸੈਰੇਲੈਕ ਨੈਸਲੇ ਕੰਪਨੀ ਦਾ। ਠੀਕ ਹੈ, ਨੈਸਲੇ ਦੀ ਜਿਹੜੀ ਮੇਨ ਆਪਾਂ ਮੋਨੋਪਲੀ ਮੰਨਦੇ ਹਾਂ ਨਾ, ਉਹ ਸੈਰੇਲੈਕ ਦੇ ਵਿੱਚ ਮੰਨੀ ਜਾਂਦੀ ਹੈ। ਚਲੋ ਤੁਸੀਂ ਠੀਕ ਹੈ। ਹੋਰ ਕੰਪਨੀ ਜਿਵੇਂ ਆਪਾਂ ਪਿਡੀਲਾਈਟ ਦੇਖੀ, ਫੈਵੀਕੋਲ ਸਭ ਤੋਂ ਵੱਧ ਕਿਹਦਾ ਵਿਕਦਾ? ਪਿਡੀਲਾਈਟ ਦਾ। ਆਪਾਂ ਪਿਡੀਲਾਈਟ ਵੀ ਨਹੀਂ ਕਹਿੰਦੇ, ਆਪਾਂ ਸਿੱਧਾ ਕਹਿੰਦੇ ਜੀ ਫੈਵੀਕੋਲ ਦੇ ਦਿਓ। ਆਪਾਂ ਬ੍ਰਾਂਡ ਦਾ ਪੁੱਛਦੇ ਹੀ ਨਹੀਂ, ਆਪਾਂ ਕਹਿੰਦੇ ਹਾਂ ਜੀ ਫੈਵੀਕੋਲ ਦੇ ਦਿਓ। ਉਸੇ ਤਰ੍ਹਾਂ ਕੋਲਗੇਟ, ਟੁੱਥਪੇਸਟ ਜਿਹੜੀ ਮਰਜ਼ੀ ਲੈਣੀ ਹੋਵੇ ਆਪਾਂ ਕਹਿੰਦੇ ਕੀ ਹੈ ਕੋਲਗੇਟ ਲਿਆਓ। ਤਾਂ ਇਹ ਮੋਨੋਪਲੀ ਕੰਪਨੀਜ਼ ਹੈ। ਤੁਸੀਂ ਇਹਨਾਂ ਨੂੰ ਕੱਲ ਆਪਾਂ ਇਹਨੂੰ ਨੈਕਸਟ ਅੱਗੇ ਕਰਾਂਗੇ ਬੈਲੈਂਸ ਸ਼ੀਟ ਨੂੰ, ਕੱਲ ਨੂੰ ਤੁਸੀਂ ਸਾਰੀਆਂ ਮੋਨੋਪਲੀ ਕੰਪਨੀਜ਼ ਕੱਢ ਕੇ ਲੈ ਕੇ ਆਓਗੇ। ਕਲੀਅਰ ਹੈ ਜੀ ਇੱਥੇ ਤੱਕ ਸਭ ਨੂੰ? ਹਾਂਜੀ ਠੀਕ ਹੈ, ਆਪਾਂ ਕੱਲ ਮਿਲਦੇ ਆ। ਤੁਸੀਂ ਸਰ ਇੱਕ ਗੱਲ ਪੁੱਛਣੀ ਸੀ ਹੋਰ, ਜਦੋਂ ਆਪਾਂ ਟੀਵੀ ਲਗਾਉਂਦੇ ਆ ਟੀਵੀ, ਹਾਂਜੀ ਹਾਂ, ਉਹਦੇ ਉੱਪਰ ਤੇ ਥੱਲੇ ਦੋ ਸ਼ੇਅਰ ਮਾਰਕੀਟ ਉਹ ਚੱਲ ਰਹੇ, ਉਹ ਉੱਪਰ ਥੱਲੇ ਵਾਲਾ ਕੀ ਹਿਸਾਬ ਕਿਤਾਬ ਹੁੰਦਾ ਹੈ? ਉਹ ਚਲੋ ਜਦੋਂ ਆਪਾਂ ਟੈਕਨੀਕਲ ਪੜਾਂਗੇ ਨਾ, ਉਹ ਉਦੋਂ ਆਪਾਂ ਦੇਖਾਂਗੇ ਕਿ ਉਹ ਦੋ ਰੇਟ ਕਿਉਂ ਚੱਲ ਰਹੇ ਉਹਦੇ। ਨਹੀਂ, ਉਹ ਅਲੱਗ-ਅਲੱਗ ਨਿਫਟੀ ਜਾਂ ਸੈਂਸੈਕਸ ਏਦਾਂ ਕੁਝ ਹੁੰਦਾ ਹੈ? ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਨਾ ਹਜੇ ਟੀਵੀ ਦੇਖੋ ਹੀ ਨਾ, ਜਿਹੜੀ ਕਿਉਂਕਿ ਆਪਣਾ ਠੀਕ ਹੈ। ਆਪਾਂ ਤੁਸੀਂ ਸੀਐਨਬੀਸੀ ਵਾਸ ਦੇਖ ਰਹੇ ਹੋ, ਕੀ ਦੇਖ ਰਹੇ ਹੋ? ਸੀਐਨਬੀਸੀ ਸਾਰੇ ਚੈਨਲ ਅੱਜ ਸਵੇਰੇ ਦੇਖੇ, ਸੀਐਨਬੀਸੀ ਹੋ ਗਿਆ, ਜ਼ੀ ਬਿਜ਼ਨਸ ਹੋ ਗਿਆ, ਨਹੀਂ ਜਦੋਂ ਦੇਖਣੇ, 9 ਹਾਂ ਕਿਉਂਕਿ ਉਹ ਨਾ ਆਪਣੀ ਜਿਹੜੀ ਨੌਲੇਜ ਨੂੰ ਲਿਮਿਟ ਕਰ ਦੇਣਗੇ। ਆਪਾਂ ਨਾ ਬਸ ਉਹਨਾਂ ਨੂੰ ਦੇਖਦੇ ਰਹਿ ਜਾਾਂਗੇ। ਉਹ ਸਵੇਰੇ ਕੀ ਹੁੰਦਾ, ਇਹ ਸ਼ੇਅਰ ਚੜੇਗਾ, ਇਹ ਸ਼ੇਅਰ ਵਿਕੇਗਾ, ਇਹ ਸ਼ੇਅਰ ਐਸਾ ਹੋਗਾ, ਰਹਿਣ ਦਿਓ। ਉਹਨਾਂ ਨੇ ਕੀ ਕਰਨਾ, ਤੁਹਾਡੀ ਨੌਲੇਜ ਨੂੰ ਲਿਮਿਟਡ ਕਰ ਦੇਣਾ। ਤੁਸੀਂ ਉਹਨਾਂ ਦੇ ਸਾਰੇ ਬੈਠੇ ਰਿਹਾ ਕਰੋਗੇ ਵੀ ਉਹ ਦੱਸਣਗੇ ਤਾਂ ਅਸੀਂ ਚੱਕਾਂਗੇ। ਆਪਾਂ ਖੁਦ ਦੇ ਸ਼ੇਅਰ ਕੱਢਣੇ, ਖੁਦ ਚੱਕਣੇ ਆ, ਟੀਵੀ ਨਹੀਂ ਦੇਖਣਾ ਕਿਸੇ ਨੇ ਨਹੀਂ। ਠੀਕ ਹੈ, ਟੀਵੀ ਹਮੇਸ਼ਾ ਆਫਟਰ ਮਾਰਕੀਟ ਦੇਖਣਾ। ਜੇ ਤੁਸੀਂ ਉਹ ਦੇਖੋਗੇ ਤੁਹਾਡੇ ਲਾਸਸ ਜ਼ਿਆਦਾ ਹੋ ਜਾਂਦੇ ਉਹਦੇ ਚ, ਉਹ ਪ੍ਰੋਫਿਟ ਘੱਟ ਹੁੰਦਾ, ਲਾਸਸ ਜ਼ਿਆਦਾ ਹੁੰਦਾ ਉਹਦੇ ਚ। ਠੀਕ ਹੈ। ਨਾ ਜੀ, ਮੈਂ ਸਰ ਦੇਖਦੇ ਹੀ ਨਹੀਂ ਆਪਾਂ। ਮੈਂ ਹਮੇਸ਼ਾ ਬਿਜ਼ਨਸ ਸਟੈਂਡਰਡ ਨਿਊਜ਼ਪੇਪਰ ਪੜ੍ਹਦਾ ਜੀ। ਠੀਕ ਹੈ, ਇਕਨੋਮਿਕ ਟਾਈਮਸ, ਤੁਸੀਂ ਨਿਊਜ਼ ਪੜ੍ਹੋ, ਟੀਵੀ ਨਾ ਦੇਖੋ, ਨਿਊਜ਼ ਪੜ੍ਹੋ। ਕੋਈ ਸਰ ਬਹੁਤ ਸਾਰੀਆਂ ਐਪਸ ਹੁੰਦੀਆਂ ਨੇ ਜੀ। ਉਹ ਭਾਜੀ ਗੂਗਲ ਨਿਊਜ਼ ਹੀ ਆਉਂਦਾ, ਉਹਦੇ ਵਿੱਚ ਬਿਜ਼ਨਸ ਨਿਊਜ਼ ਇੱਕ ਅੱਗੇ ਚੈਨਲ ਹੁੰਦਾ ਹੈ, ਉੱਥੇ ਉਹਨਾਂ ਦਾ ਸਿਸਟਮ ਹੈਗਾ, ਉੱਥੇ ਹੀ ਪਤਾ ਲੱਗ ਜਾਏਗਾ। ਗੂਗਲ ਨਿਊਜ਼ ਐਪਲੀਕੇਸ਼ਨ ਹੈਗੀ, ਉਹਨੂੰ ਡਾਊਨਲੋਡ ਕਰੋ, ਉੱਥੇ ਬਿਜ਼ਨਸ ਦਾ ਕਾਲਮ ਆਏਗਾ, ਸਾਰੀਆਂ ਬਿਜ਼ਨਸ ਵਰਲਡ ਵਾਈਡ ਇੰਡੀਆ ਦੀਆਂ ਸਾਰੀਆਂ ਉੱਥੋਂ ਪਤਾ ਲੱਗ ਜਾਣਗੀਆਂ। ਇਕਨੋਮਿਕਸ ਟਾਈਮਸ ਪੜ੍ਹ ਲਓ, ਠੀਕ ਹੈ, ਇਕਨੋਮਿਕਸ ਟਾਈਮਸ ਦੀ ਐਪ ਹੈ, ਉਹ ਕਰ ਲਓ, ਉਹਦੇ ਤੋਂ ਤੁਹਾਨੂੰ ਨਿਊਜ਼ ਮਿਲਦੀਆਂ ਰਹਿਣਗੀਆਂ। ਟੀਵੀ ਨਾ ਦੇਖੋ, ਲੋਕਾਂ ਨੂੰ ਨਾ ਸੁਣੋ, ਨਿਊਜ਼ ਪੜ੍ਹੋ। ਜੋ ਨਿਊਜ਼ ਹੈ ਉਹਦੇ ਬਿਹਾਫ ਤੇ ਖੁਦ ਪ੍ਰੈਡਿਕਸ਼ਨ ਕਰੋ ਕਿ ਚੀਜ਼ ਉੱਪਰ ਜਾ ਰਹੀ ਹੈ, ਨੀਚੇ ਜਾ ਰਹੇਗਾ, ਸ਼ੇਅਰ ਉੱਪਰ ਜਾਏਗਾ, ਨੀਚੇ ਜਾਏਗਾ। ਠੀਕ ਹੈ, ਚਲੋ ਹੁਣ ਬਾਕੀ ਆਪਾਂ ਸਾਰਾ ਕੱਲ ਕਰਦੇ ਹਾਂ। बुक्स सर नेट ब्लॉक करके दसो एक बार थोड़ा, नेट ब्लॉक। ओके जी, मिलते हैं फिर आप कल। सत श्री अकाल।